ਮੇਰਾ ਧਰਮ ਧੁਰੰਦਰ ਅਮਰ ਗੁਰ ਸਦਾ ਚੈਤੀ ਉਪਕਾਰ ਰਚਬੇ ਤੀਰਥ ਬਾਵਲੀ ਸਿੱਖਨ ਹੇਤ ਉਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਅਤਿਅੰਤ ਵੱਡੇ ਭਾਗ ਹਨ। ਆਤੁਤ ਕ੍ਰਿਸ਼ਟ ਸਤਿਗੁਰੂ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸਕ ਸਥਾਨ ਤੇ ਨਿਤਾ ਪ੍ਰਤੀ ਜੁੜ ਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਜੀਵਨ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਹੋ ਕਿ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹਰਿਦੁਆਰ ਤੋਂ ਵਾਪਸ ਮੁੜੇ ਨੇ ਤੇ ਰਸਤੇ ਵਿੱਚ ਇੱਕ ਮੇੜਾ ਨਗਰ ਹੈ, ਉੱਥੇ ਸਤਿਗੁਰਾਂ ਨੇ ਉਤਾਰਾ ਕੀਤਾ ਹੈ। ਇਸ ਨਗਰ ਵਿੱਚ ਉਹ ਪੰਡਤ ਰਹਿੰਦਾ ਜਿਹਦਾ ਨਾਮ ਦੁਰਗਾ ਦੱਤ ਹੈ। ਇਹ ਉਹ ਪੰਡਤ ਹੈ ਜਿਹਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਸਮੇਂ ਪਦਮ ਦਾ ਨਿਸ਼ਾਨ ਪਛਾਣ ਕੇ ਕਿਹਾ ਸੀ ਕਿ ਤੁਸੀਂ ਚੱਕਰਵਰਤੀ ਦੇਸ਼ ਦੇ ਰਾਜੇ ਹੋਵੋਗੇ, ਤੁਹਾਡੇ ਸੀਸ ਤੇ ਛਤਰ ਝੂਲੇਗਾ। ਤੇ ਜਿਸ ਵੇਲੇ ਆਪ ਜੀ ਨੂੰ ਇਹ ਪਦਵੀ ਪ੍ਰਾਪਤ ਹੋਵੇਗੀ ਉਦੋਂ ਮੈਂ ਆਪ ਜੀ ਕੋਲੋਂ ਆਪਣੀ ਭੇਟਾ ਲਵਾਂਗਾ। ਸਤਿਗੁਰੂ ਜੀ ਵੀ ਬਚਨ ਕਰਕੇ ਉਦੋਂ ਚਲੇ ਗਏ ਸਨ। ਦੁਰਗੇ ਪੰਡਤ ਨੇ ਵੇਖਿਆ, ਪੁੱਛਿਆ ਵੀ ਕੌਣ ਨੇ ਦੱਸਣ ਵਾਲੇ। ਸਿੱਖ ਨੇ ਦੱਸਿਆ ਗੁਰੂ ਅਮਰਦਾਸ ਜੀ ਨੇ। ਲਾਗੇ ਗਿਆ, ਜਾ ਕੇ ਪਛਾਣ ਲਿਆ ਵੀ ਇਹ ਤਾਂ ਉਹੀ ਨੇ ਜਿਨ੍ਹਾਂ ਦੇ ਚਰਨ ਕਮਲ ਵਿੱਚ ਪਦਮ ਦਾ ਨਿਸ਼ਾਨ ਵੇਖ ਕੇ ਮੈਂ ਬਚਨ ਕੀਤੇ ਸਨ। ਨਮਸਕਾਰ ਕਰਕੇ ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਮੈਨੂੰ ਪਛਾਣਿਆ ਜੇ, ਮੈਂ ਉਹੀ ਪੰਡਤ ਹਾਂ। ਕਿਰਪਾ ਕਰਕੇ ਦਇਆ ਕਰਕੇ ਰਹਿਮਤ ਕਰਕੇ ਮੇਰੇ ਮਨ ਦੀ ਕਾਮਨਾ ਪੂਰੀ ਕਰੋ, ਮੇਰੇ ਹਿਰਦੇ ਦੀ ਤਮੰਨਾ ਇੱਛਾ ਪੂਰਨ ਕਰੋ। ਤੋ ਜਗਤ ਗੁਰੂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕੀਤਾ, ਪੰਡਤ ਜੀ ਜਾਂ ਤਾਂ ਇਹ ਲੋਕ ਦਾ ਸੁੱਖ ਹੈ ਜਾਂ ਪਰਲੋਕ ਦਾ ਹੈ, ਦੋਵਾਂ ਵਿੱਚੋਂ ਇੱਕ ਸੁੱਖ ਦੀ ਮੰਗ ਕਰ ਲਓ। ਤੋ ਪੰਡਤ ਜੀ ਦੁਚਿੱਤੀ 'ਚ ਪੈ ਕੇ ਸੋਚਣ ਲੱਗੇ ਵੀ ਜੇ ਪਰਲੋਕ ਦਾ ਸੁੱਖ ਮੰਗ ਲਿਆ ਤੇ ਲੋਕ ਵਿੱਚ ਗਰੀਬ ਹੋ ਕੇ ਦਲਿਦਰੀ ਬਣ ਕੇ ਰੰਕਾਂ ਵਰਗੀ ਜ਼ਿੰਦਗੀ ਲੋਕਾਂ ਅੱਗੇ ਮੰਗਦਿਆਂ ਬਤੀਤ ਕਰਾਂਗਾ, ਤੇ ਜੇ ਲੋਕ ਦਾ ਸੁੱਖ ਮੰਗ ਲਿਆ ਤੇ ਪਰਲੋਕ ਵਿੱਚ ਜੰਮ ਧੱਕੇ ਮਾਰਨਗੇ। ਕਹਿਣ ਲੱਗਾ, ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰੋ ਮੈਨੂੰ ਇਸ ਜਹਾਨ ਦਾ ਸੁੱਖ ਵੀ ਬਖਸ਼ੋ, ਕਿਉਂਕਿ ਜੇ ਨਾਮ ਦੇ ਕੇ ਧਨ ਨਾ ਦਿੱਤਾ ਤੇ ਧਨ ਤੋਂ ਬਿਨਾਂ ਤੁਹਾਡਾ ਇਹ ਜਨ ਜਗਤ 'ਚ ਸੋਭਨੀਕ ਨਹੀਂ ਹੋਣ ਲੱਗਾ, ਤੇ ਜੇ ਧਨ ਦੇ ਦਿੱਤਾ ਨਾਮ ਨਾ ਦਿੱਤਾ ਤੇ ਨਾਮ ਬਿਨਾਂ ਜਨ ਜੰਮਪੁਰ ਜਾਇ ਹੈ, ਨਾਮ ਤੋਂ ਬਿਨਾਂ ਤੁਹਾਡੇ ਸੇਵਕ ਨੂੰ ਜੰਮਪੁਰੀ ਜਾਣਾ ਪਵੇਗਾ। ਮਹਾਰਾਜ ਕਿਰਪਾ ਕਰਕੇ ਮੈਨੂੰ ਦੋਵੇਂ ਸੁੱਖ ਬਖਸ਼ੋ, ਲੋਕ ਦਾ ਵੀ ਤੇ ਪਰਲੋਕ ਦਾ ਵੀ। ਸਤਿਗੁਰੂ ਜੀ ਬੜੇ ਖੁਸ਼ ਹੋਏ ਪੰਡਤ ਜੀ ਦੀ ਮੰਗ ਸੁਣ ਕੇ ਕਿ ਇਹਨਾਂ ਨੇ ਬੜੀ ਸਿਆਣਪ ਨਾਲ ਮੰਗ ਮੰਗੀ। ਆਖਿਆ, ਜਾਓ ਪੰਡਤ ਜੀ, ਤੁਹਾਡਾ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਹੇਲਾ। ਜਿੰਨੀ ਦੇਰ ਤੱਕ ਇਸ ਲੋਕ ਵਿੱਚ ਜੀਵਤ ਰਹੋਗੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ, ਕਿਸੇ ਕੋਲੋਂ ਕੁਝ ਮੰਗਣਾ ਨਹੀਂ ਪਵੇਗਾ। ਨਾਲ ਤੁਸੀਂ ਨਾਮ ਵੀ ਜਪੋਗੇ ਸੰਸਾਰ 'ਚ ਰਹਿ ਕੇ, ਔਰ ਉਹੀ ਨਾਮ ਅੰਤ ਵੇਲੇ ਤੁਹਾਨੂੰ ਛੁਡਾਵੇਗਾ, ਔਰ ਪਰਲੋਕ ਵੀ ਤੁਹਾਡਾ ਸਬਰ ਜਾਏਗਾ, ਤੁਹਾਨੂੰ ਜੰਮਾਂ ਦੇ ਵੱਸ ਨਹੀਂ ਜਾਣਾ ਪਏਗਾ। ਸਤਿਗੁਰਾਂ ਦਾ ਇਹ ਵਰ ਲੈ ਕੇ ਪੰਡਤ ਜੀ ਖੁਸ਼ ਹੋਏ, ਸਾਰੀ ਜ਼ਿੰਦਗੀ ਸੁੱਖ ਨਾਲ ਬਤੀਤ ਕੀਤੀ। ਕਿਸੇ ਅੱਗੇ ਕਦੇ ਹੱਥ ਤੱਡ ਕੇ ਮੁੜ ਕੇ ਪੰਡਤ ਦੁਰਗੇ ਦੱਤ ਨੂੰ ਮੰਗਣਾ ਨਹੀਂ ਪਿਆ। ਸਤਿਗੁਰੂ ਜੀ ਦੀ ਕਿਰਪਾ ਨਾਲ ਨਾਮ ਜਪਦਿਆਂ ਜ਼ਿੰਦਗੀ ਬਤੀਤ ਕੀਤੀ, ਅੰਤ ਵੇਲੇ ਪਰਮ ਗਤੀ ਨੂੰ ਪ੍ਰਾਪਤ ਹੋਇਆ ਔਰ ਪਰਲੋਕ ਵੀ ਸਬਰ ਗਿਆ।
ਏਦਾਂ ਸਤਿਗੁਰੂ ਜੀ ਦਇਆ ਕਰਕੇ ਤਰਸ ਕਰਕੇ ਨੂੰ ਤਾਰਦਿਆਂ ਹੋਇਆਂ ਰਸਤੇ ਵਿੱਚ ਹੋਰ ਅਨੇਕ ਪ੍ਰਕਾਰ ਦੇ ਕੌਤਕ ਕਰਕੇ ਗੋਇੰਦਵਾਲ ਸਾਹਿਬ ਨਗਰ 'ਚ ਵਾਪਸ ਆਏ ਨੇ। ਅੱਗੇ ਨਗਰ ਨਿਵਾਸੀਆਂ ਨੇ ਸਤਿਗੁਰਾਂ ਨੂੰ ਜਿਉ ਆਇਆਂ ਕਿਹਾ। ਅੱਗੇ ਆ ਕੇ ਸਤਿਗੁਰਾਂ ਦਾ ਸਵਾਗਤ ਕੀਤਾ। ਮਹਾਰਾਜ ਜੀ ਨੇ ਸਭ ਦਾ ਰਾਜੀ ਖੁਸ਼ੀ ਪੁੱਛਿਆ। ਸਭ ਨੇ ਆਖਿਆ ਮਹਾਰਾਜ ਆਪ ਜੀ ਦੀ ਦਇਆ ਕਿਰਪਾ ਦੇ ਨਾਲ ਸਰਬ ਸੁਖ ਨੇ। ਗੋਇੰਦਵਾਲ ਸਾਹਿਬ ਰਹਿ ਕੇ ਸਤਿਗੁਰੂ ਜੀ ਸੰਗਤਾਂ ਨੂੰ ਦਰਸ਼ਨ ਦੇਣ ਲੱਗੇ ਨੇ। ਬਹੁਤ ਸਾਰੀਆਂ ਸੰਗਤਾਂ ਜੋ ਸਤਿਗੁਰਾਂ ਦੇ ਨਾਲ ਗਈਆਂ ਸਨ ਸਭ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਵਿਦਾਇਗੀਆਂ ਲੈ ਰਹੇ ਨੇ। ਔਰ ਦਇਆਨਿਧ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਚਰਣਾ ਕਮਲਾਂ ਦਾ ਓਟ ਆਸਰਾ ਬੇਅੰਤ ਗੁਰੂ ਕੇ ਸਿੱਖ ਧਾਰਨ ਕਰ ਰਹੇ ਨੇ। ਉਸੇ ਤਰ੍ਹਾਂ ਗੁਰੂ ਘਰ ਦੀ ਮਰਿਆਦਾ ਚੱਲ ਰਹੀ ਹੈ। ਗੁਰੂ ਕੇ ਲੰਗਰ ਵਰਤਦੇ ਨੇ। ਅਭਿਆਗਤ ਲੋੜਵੰਦ ਆ ਕੇ ਗੁਰੂ ਕੇ ਲੰਗਰਾਂ ਵਿੱਚ ਲੰਗਰ ਛਕ ਰਹੇ ਨੇ। ਪਹਿਲਾਂ ਪੰਗਤ ਪਾਛਾ ਸੰਗਤ ਦੀ ਮਰਿਆਦਾ ਉਸੇ ਤਰ੍ਹਾਂ ਗੁਰੂ ਦਰਬਾਰ 'ਚ ਚੱਲ ਰਹੀ ਹੈ। ਸੋ ਆਓ ਜਿਵੇਂ ਗਰੀਬ ਨਵਾਜ ਦਇਆਨਿਧ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰ ਰਹੇ ਨੇ ਉਹ ਸਾਰੀ ਪਾਵਨ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਧਰਮ ਤੁਰੰਦਰ ਅਮਰ ਗੁਰ ਸਦਾ ਚੈਤੀ ਉਪਕਾਰ। ਧਰਮ ਦੇ ਧੁਰੰਦਰ ਧੁਰੇ ਆਚਾਰਿਆ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੋ ਸਾਰੇ ਧਰਮ ਦੇ ਮੋਢੀ ਹਨ ਜਿਨ੍ਹਾਂ ਤੋਂ ਧਰਮ ਦੀ ਉਤਪਤੀ ਹੁੰਦੀ ਹੈ। ਐਸੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੋ ਸਦਾ ਹੀ ਪਰਉਪਕਾਰ ਚਿਤਵਦੇ ਨੇ। ਸਦਾ ਹੀ ਜੀਵਾਂ ਦੀ ਕਲਿਆਣ ਕਰਨ ਵਾਸਤੇ ਕੋਈ ਨਾ ਕੋਈ ਉਪਕਾਰ ਆਪਣੇ ਮਨ 'ਚ ਚਿਤਵਦੇ ਰਹਿੰਦੇ ਹਨ। ਰਚਬੇ ਤੀਰਥ ਬਾਵਲੇ ਸਿੱਖਨ ਹੇਤ ਉਧਾਰ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਮਨ ਦੇ ਵਿੱਚ ਫੁਰਨਾ ਹੋਇਆ ਸੰਕਲਪ ਹੋਇਆ ਹੈ ਕਿ ਗੁਰੂ ਘਰ ਦੇ ਵਿੱਚ ਇੱਕ ਤੀਰਥ ਦੀ ਰਚਨਾ ਕਰਨੀ ਚਾਹੀਦੀ ਹੈ। ਖਾਲਸਾ ਜੀ ਗੁਰੂ ਘਰ ਦੇ ਵਿੱਚ ਉਹ ਇਸ ਤੋਂ ਪਹਿਲਾਂ ਕਦੇ ਕੋਈ ਬੌਲੀ ਤੇ ਸਰੋਵਰ ਨਹੀਂ ਸੀ ਲੱਗਾ। ਤੋ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਨ 'ਚ ਸੰਕਲਪ ਉੱਠਿਆ ਪਰਉਪਕਾਰ ਵਾਸਤੇ ਕਿ ਗੁਰੂ ਘਰ ਦੇ ਵਿੱਚ ਇੱਕ ਬੌਲੀ ਦੀ ਰਚਨਾ ਕਰਨੀ ਚਾਹੀਦੀ ਹੈ। ਗੁਰੂ ਘਰ ਦੇ ਵਿੱਚ ਇੱਕ ਤੀਰਥ ਦੀ ਰਚਨਾ ਕਰਨੀ ਚਾਹੀਦੀ ਹੈ ਜਿਸ ਬੌਲੀ ਤੇ ਤੀਰਥ ਤੇ ਇਸ਼ਨਾਨ ਕਰਕੇ ਸਿੱਖਾਂ ਦਾ ਉਧਾਰ ਹੋਵੇ ਤੇ ਸਾਡੇ ਸਿੱਖਾਂ ਨੂੰ ਬਾਹਰ ਕਿਸੇ ਤੀਰਥ ਤੇ ਜਾਣ ਦੀ ਲੋੜ ਨਾ ਪਵੇ। ਉਹਨਾਂ ਨੂੰ ਘਰ ਦੇ ਵਿੱਚੋਂ ਹੀ ਤੀਰਥ ਪ੍ਰਾਪਤ ਹੋਵੇ ਔਰ ਗੁਰੂ ਘਰ ਦੇ ਵਿੱਚ ਹੀ ਉਸ ਤੀਰਥ 'ਚ ਇਸ਼ਨਾਨ ਕਰਕੇ ਉਹਨਾਂ ਦੀ ਮੋਕਸ਼ ਹੋਵੇ। ਉਹਨਾਂ ਦੇ ਪਾਪਾਂ ਦੀ ਮੈਲ ਨਿਵਰਤ ਹੋਵੇ। ਐਸੀ ਬੌਲੀ ਇੱਕ ਐਸਾ ਤੀਰਥ ਗੁਰੂ ਘਰ ਦੇ ਵਿੱਚ ਰਚਣਾ ਚਾਹੀਦਾ ਹੈ। ਜੋ ਪਈ ਇੱਕ ਦਿਨ ਸਭਾ ਮਜਾਰ ਉਚਾਰਾ ਹਿਆ ਬਾਬਲੀ ਲਗਾ ਉਦਾਰਾ। ਇੱਕ ਦਿਨ ਸਤਿਗੁਰਾਂ ਦਾ ਦੀਵਾਨ ਸਜਿਆ ਹੋਇਆ ਦਰਬਾਰ ਸਜਿਆ ਹੋਇਆ। ਗਰੀਬ ਨਵਾਜ ਪਾਤਸ਼ਾਹ ਜੀ ਬੋਲੇ ਭਾਈ ਸਿੱਖੋ ਅਸੀਂ ਚਾਹੁੰਦੇ ਹਾਂ ਵੀ ਇੱਥੇ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਇੱਕ ਬੌਲੀ ਦੀ ਰਚਨਾ ਕੀਤੀ ਜਾਵੇ। ਇੱਥੇ ਇੱਕ ਸੁੰਦਰ ਬੌਲੀ ਰਚੀ ਜਾਵੇ ਜਿਸ ਬੌਲੀ ਦੇ ਨਿਰਮਲ ਜਲ ਦੇ ਵਿੱਚ ਇਸ਼ਨਾਨ ਕਰਕੇ ਸਿੱਖਾਂ ਦਾ ਉਧਾਰ ਹੋਵੇ। ਐਸੀ ਪਵਿੱਤਰ ਅੰਮ੍ਰਿਤਮਈ ਬੌਲੀ ਇੱਥੇ ਰਚਨਾ ਕੀਤੀ ਜਾਵੇ। ਇਹ ਸਾਡਾ ਫੁਰਨਾ ਹੋਇਆ ਹੈ। ਸਿੱਖ ਸੰਗਤ ਦਰਸ਼ਨ ਕੋ ਆਵੈ ਸਭ ਮਿਲ ਗੁਰ ਤੀਰਥ ਜਲ ਨਾਵੈ। ਸਿੱਖ ਸੰਗਤਾਂ ਜਦੋਂ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਵਾਸਤੇ ਆਉਣ ਤੇ ਉਹ ਬੌਲੀ ਸਾਹਿਬ ਦੇ ਉਸ ਅੰਮ੍ਰਿਤ ਜਲ ਦੇ ਵਿੱਚ ਇਸ਼ਨਾਨ ਕਰਕੇ ਇਸ਼ਨਾਨ ਕਰਨ ਤੋਂ ਬਾਅਦ ਔਰ ਸਭ ਮਿਲ ਕੇ ਤੀਰਥ ਇਸ਼ਨਾਨ ਕਰਨ ਕਿਉਂਕਿ ਇਹ ਵੀ ਇੱਕ ਤੀਰਥ ਹੋਵੇਗਾ ਜਿਹੜਾ ਗੁਰੂ ਘਰ ਦੇ ਵਿੱਚ ਅਸੀਂ ਰਚਾਂਗੇ। ਇਹ ਗੁਰ ਤੀਰਥ ਦਰਿਆਓ ਹੋਵੇਗਾ ਜਿਸ ਤੀਰਥ ਦੇ ਵਿੱਚ ਆ ਕੇ ਬੇਅੰਤ ਸੰਗਤਾਂ ਜਿਹੜੀਆਂ ਦਰਸ਼ਨ ਕਰਨ ਆਉਂਦੀਆਂ ਨੇ ਉਹ ਆ ਕੇ ਸਾਡੇ ਗੁਰੂ ਘਰ ਦੇ ਵਿੱਚ ਇਸ ਤੀਰਥ 'ਚ ਵੀ ਇਸ਼ਨਾਨ ਕਰਨਗੇ। ਇਮ ਕਹਿ ਸਤਿਗੁਰ ਆਇਸ ਦੀਨਤ ਲਿਖੋ ਹੁਕਮਨਾਮੇ ਇਤ ਚੀਨਤ। ਇਦਾਂ ਕਹਿ ਕੇ ਸਤਿਗੁਰਾਂ ਨੇ ਹੁਕਮ ਕੀਤਾ ਆਗਿਆ ਦਿੱਤੀ ਭਾਈ ਹੁਕਮਨਾਮੇ ਭੇਜੋ ਸੰਗਤਾਂ ਨੂੰ। ਦੇਸਾਂ ਵਿਦੇਸ਼ਾਂ ਵਿੱਚ ਜਿੱਥੇ ਜਿੱਥੇ ਗੁਰੂ ਘਰ ਦੇ ਸਿੱਖ ਬੈਠੇ ਨੇ ਸਭ ਨੂੰ ਹੁਕਮਨਾਮੇ ਭੇਜ ਦਿਓ ਵੀ ਗੁਰੂ ਘਰ ਦੇ ਵਿੱਚ ਬੌਲੀ ਦਾ ਕੰਮ ਆਰੰਭ ਹੋਣ ਲੱਗਾ। ਬੌਲੀ ਸਾਹਿਬ ਦੀ ਰਚਨਾ ਕਰਨੀ ਹੈ ਔਰ ਜਿਸ ਬੌਲੀ ਸਾਹਿਬ ਦੇ ਤੀਰਥ ਅੰਮ੍ਰਿਤ ਰੂਪੀ ਜਲ ਵਿੱਚ ਸੰਗਤਾਂ ਇਸ਼ਨਾਨ ਕਰਿਆ ਕਰਨਗੀਆਂ।
ਤੋ ਮਹਾਰਾਜ ਜੀ ਨੇ ਉਸੇ ਵਕਤ ਹੁਕਮਨਾਮੇ ਸੰਗਤਾਂ ਵਾਸਤੇ ਦੇਸਾਂ ਪ੍ਰਦੇਸਾਂ ਵਿੱਚ ਜਾਰੀ ਕਰਕੇ ਭੇਜੇ ਹਨ। ਤੀਰਥ ਕੀ ਤਿਆਰੀ ਗੁਰ ਕਰੈ, ਹੋਏ ਨਿਹਾਲ ਸੇਵਾ ਹਿਤ ਧਰੈ। ਮਹਾਰਾਜ ਜੀ ਨੇ ਆਖਿਆ ਭਾਈ ਸਿੱਖੋ ਹੁਕਮਨਾਮੇ ਲਿਖ ਦਿਓ, ਸੰਗਤਾਂ ਵਾਸਤੇ ਹੁਕਮਨਾਮੇ ਭੇਜ ਦਿਓ ਕਿ ਗੁਰੂ ਸਾਹਿਬ ਜੀ ਤੀਰਥ ਲਵਾ ਰਹੇ ਨੇ। ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਗੁਰੂ ਜੀ ਤੀਰਥ ਦੀ ਰਚਨਾ ਕਰਨ ਲੱਗੇ ਨੇ। ਸੰਗਤਾਂ ਤਨ ਮਨ ਧਨ ਕਰਕੇ ਸੇਵਾ ਕਰਨ, ਕਿਉਂਕਿ ਬੌਲੀ ਸਾਹਿਬ ਦੀ ਰਚਨਾ ਹੋਣੀ ਹੈ, ਉਹਦੇ ਵਾਸਤੇ ਧਨ ਵੀ ਖਰਚੀਣਾ ਹੈ, ਉਹਦੇ ਵਾਸਤੇ ਤਨ ਦੀ ਸੇਵਾ ਦੀ ਵੀ ਲੋੜ ਹੈ। ਇਸ ਕਰਕੇ ਪਾਤਸ਼ਾਹ ਨੇ ਹੁਕਮ ਕੀਤਾ ਭਾਈ ਸੰਗਤਾਂ ਨੂੰ ਸਿੱਖਾਂ ਨੂੰ ਕਹਿ ਦਿਓ ਚਿੱਠੀਆਂ ਵਿੱਚ ਹੁਕਮਨਾਮਿਆਂ ਵਿੱਚ ਗੁਰੂ ਘਰ ਦੇ ਵਿੱਚ ਜੋ ਬੌਲੀ ਸਾਹਿਬ ਦੀ ਰਚਨਾ ਹੋਣੀ ਹੈ ਉਹਦੇ ਵਾਸਤੇ ਆ ਕੇ ਸੰਗਤਾਂ ਸੇਵਾ ਕਰਨ। ਹੋਏ ਨਿਹਾਲ ਸੇਵਾ ਹਿਤ ਧਰੈ। ਔਰ ਆ ਕੇ ਸੇਵਾ ਵਿੱਚ ਹਿੱਤ ਕਰਨਗੇ ਜਿਹੜੇ ਸਿੱਖ, ਉਹਨਾਂ ਨੂੰ ਨਿਹਾਲ ਦੀ ਪਦਵੀ ਉਹ ਪ੍ਰਾਪਤ ਹੋਵੇਗੀ ਜਿਹੜੇ ਗੁਰੂ ਘਰ ਵਿੱਚ ਆ ਕੇ ਸੇਵਾ ਕਰਨਗੇ। ਮਾਰੋ ਨੇ ਲਿਖ ਸਕਲ ਪਠਾਏ, ਪੁਰਗ੍ਰਾਮਨ ਤੇ ਸੁਨ ਸਿੱਖ ਆਏ। ਬ੍ਰਹਮ ਗਿਆਨੀ ਭਾਈ ਪਾਰੋ ਜੀ ਪਰਮਹੰਸ ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਦੇ ਬਹੁਤ ਹੀ ਨਿਕਟਵਰਤੀ ਸਿੱਖਾਂ ਚੋਂ ਇੱਕ ਸਨ। ਭਾਈ ਪਾਰੋ ਜੀ ਨੇ ਗੁਰੂ ਘਰ ਦੇ ਵਿੱਚ ਵਿਸਾਖੀ ਦਾ ਜੋੜ ਮੇਲਾ ਪ੍ਰਾਰੰਭ ਕਰਨ ਵਾਸਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀ। ਤੋ ਭਾਈ ਪਾਰੋ ਜੀ ਗੁਰੂ ਘਰ ਦੇ ਕਾਰ ਮੁਖਤਿਆਰ ਵੀ ਸਨ। ਜਦੋਂ ਹੁਕਮਨਾਮੇ ਜਾਰੀ ਹੁੰਦੇ ਭਾਈ ਪਾਰੋ ਜੀ ਹੁਕਮਨਾਮੇ ਜਾਰੀ ਕਰਦੇ ਸੀ। ਤੋ ਭਾਈ ਪਾਰੋ ਜੀ ਨੇ ਉਸੇ ਵਕਤ ਹੁਕਮਨਾਮੇ ਲਿਖੇ। ਸਤਿਗੁਰਾਂ ਦੇ ਦਰ ਘਰ ਦੀ ਮੋਹਰ ਉਹਨਾਂ ਹੁਕਮਨਾਮਿਆਂ ਤੇ ਲਾ ਕੇ ਪੁਰਾਂ ਵਿੱਚ, ਗ੍ਰਾਮਾਂ ਵਿੱਚ, ਸ਼ਹਿਰਾਂ ਤੇ ਨਗਰਾਂ ਵਿੱਚ ਉਹ ਹੁਕਮਨਾਮੇ ਭੇਜੇ ਹਨ। ਪੁਰਗ੍ਰਾਮਨ ਤੇ ਸੁਨ ਸਿੱਖ ਆਏ। ਉਸੇ ਵਕਤ ਹੁਕਮਨਾਮੇ ਸੁਣ ਕੇ, ਜਦੋਂ ਹੁਕਮਨਾਮੇ ਪੜ੍ਹੇ ਗੁਰੂ ਕੇ ਸਿੱਖਾਂ ਨੇ, ਹੁਕਮਨਾਮੇ ਸੁਣੇ, ਸੁਣਦਿਆਂ ਸਾਰ ਬੇਅੰਤ ਗੁਰੂ ਕੇ ਸਿੱਖ ਉਮੜ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਗੋਇੰਦਵਾਲ ਸਾਹਿਬ ਨਗਰ ਵਿੱਚ ਆਏ ਹਨ। ਭਇਓ ਮੇਲ ਸੰਗਤ ਕੋ ਭਾਰੇ, ਜਥਾ ਸ਼ਕਤ ਲੈ ਆਵੇਂ ਕਾਰੇ। ਬਹੁਤ ਸਾਰੀਆਂ ਸੰਗਤਾਂ ਦਾ ਜੋੜ ਮੇਲਾ ਗੋਇੰਦਵਾਲ ਸਾਹਿਬ ਚ ਹੋ ਗਿਆ। ਬੇਅੰਤ ਸਿੱਖ ਆ ਗਏ। ਜਥਾ ਸ਼ਕਤ ਸਾਰੇ ਆਪਣੇ ਵੱਲੋਂ ਜਿਹੜੀ ਕੋਈ ਭੇਟ ਕਰਨਾ ਚਾਹੁੰਦਾ ਹੈ, ਬੌਲੀ ਸਾਹਿਬ ਦੀ ਸੇਵਾ ਵਿੱਚ ਯੋਗਦਾਨ ਪਾਣਾ ਚਾਹੁੰਦਾ, ਸੇਵਾ ਕਰਨਾ ਚਾਹੁੰਦਾ, ਸਭ ਆ ਕੇ ਸੇਵਾ ਕਰ ਰਹੇ ਨੇ। ਤਨ ਕਰਕੇ ਸੇਵਾ ਕਰਨ ਵਾਸਤੇ ਵੀ ਬਹੁਤ ਸਾਰੇ ਸਿੱਖ ਗੋਇੰਦਵਾਲ ਸਾਹਿਬ ਗੁਰੂ ਕੇ ਹੁਕਮ ਨਾਲ ਹਾਜ਼ਰ ਹੋਏ ਹਨ। ਦਰਸ਼ਨ ਹੇਤ ਚੌਂਪ ਚਿਤ ਧਾਰੇ, ਸੇਵਾ ਠਾਨੈ ਗੁਰੂ ਅਗਾਰੇ। ਇੱਕ ਤਾਂ ਉਹਨਾਂ ਦੇ ਮਨਾਂ 'ਚ ਸਤਿਗੁਰਾਂ ਦੇ ਦਰਸ਼ਨਾਂ ਦਾ ਚਾਅ ਹੈ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ। ਦੂਜਾ ਉਹਨਾਂ ਦੇ ਮਨਾਂ ਵਿੱਚ ਇਹ ਵੀ ਭਾਵਨਾ ਵੀ ਸਤਿਗੁਰਾਂ ਦੇ ਸਨਮੁਖ ਗੁਰੂ ਘਰ ਦੀ ਸੇਵਾ ਕਰਾਂਗੇ, ਬੌਲੀ ਸਾਹਿਬ ਦੀ ਸੇਵਾ ਕਰਾਂਗੇ ਤੇ ਬੌਲੀ ਸਾਹਿਬ ਦੀ ਸੇਵਾ ਕਰਕੇ ਸਾਨੂੰ ਗੁਰੂ ਘਰ ਤੋਂ ਵਿੱਚੋਂ ਬਰਕਤਾਂ ਮਿਲਣਗੀਆਂ। ਸਤਿਗੁਰੂ ਜੀ ਸਾਡੇ ਤੇ ਖੁਸ਼ੀਆਂ ਕਰਨਗੇ। ਉਹਨਾਂ ਨੇ ਹੁਕਮਨਾਮੇ ਭੇਜੇ ਨੇ ਵੀ ਜਿਹੜਾ ਸੇਵਾ ਕਰੇਗਾ ਬੌਲੀ ਸਾਹਿਬ ਦੀ ਉਹ ਨਿਹਾਲ ਹੋਵੇਗਾ। ਤੇ ਸਤਿਗੁਰੂ ਜੀ ਦਾ ਇਹ ਬਚਨ ਸਾਰਥਕ ਹੋਣਾ, ਉਹ ਤਾਂ ਅਟਾਲੀ ਆ, ਉਹਨੂੰ ਕੋਈ ਟਾਲ ਨਹੀਂ ਸਕਦਾ। ਜੇ ਅਸੀਂ ਸੇਵਾ ਕਰਾਂਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਨਮੁਖ ਸੇਵਾ ਕਰਕੇ ਸਾਨੂੰ ਵੀ ਨਿਹਾਲ ਵਾਲੀ ਅਵਸਥਾ ਪ੍ਰਾਪਤ ਹੋਵੇਗੀ। ਮਿਲ ਗੁਰ ਪਗ ਕੋ ਬੰਧਨ ਠਾਨੈ, ਜੈ ਭਾਉ ਆਪਣੇ ਹਿੱਤ ਜਾਣੈ। ਆ ਗਏ ਬੇਅੰਤ ਸਿੱਖ ਗੁਰੂ ਘਰ ਦੇ ਵਿੱਚ, ਜਿਨ੍ਹਾਂ ਨੇ ਬੜੀ ਭਾਵਨਾ ਅਦਬ ਸਤਿਕਾਰ ਨਾਲ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕੀਤੀ ਹੈ। ਬੜੇ ਅਦਬ ਸਤਿਕਾਰ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਨੇ। ਜਿਨ੍ਹਾਂ ਅੰਦਰ ਬੜੀ ਭਾਵਨਾ ਹੈ, ਬਹੁਤ ਹੀ ਭਾਰੀ ਪ੍ਰੇਮ ਹੈ ਔਰ ਆਪਣੇ ਹਿਰਦੇ ਦੇ ਪਰਮ ਪ੍ਰੇਮ ਸਹਿਤ ਗੁਰੂ ਸਾਹਿਬ ਜੀ ਦੀ ਸੇਵਾ ਕਰਨਾ ਚਾਹੁੰਦੇ ਹਨ। ਸ੍ਰੀ ਗੁਰੂ ਨੇ ਸ਼ੁਭ ਦਿਵਸ ਨਿਹਾਰਾ, ਨਿਕਸੀ ਵੈਰ ਆਨੰਦ ਉਦਾਰਾ। ਜਦੋਂ ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੋ ਗਈਆਂ, ਵੇਖਿਆ ਸਤਿਗੁਰਾਂ ਨੇ ਵੀ ਸਿੱਖ ਆ ਗਏ ਨੇ, ਹੁਣ ਸਾਨੂੰ ਬੌਲੀ ਸਾਹਿਬ ਦੀ ਸੇਵਾ ਜਿਹੜੀ ਆ ਆਰੰਭ ਕਰ ਦੇਣੀ ਚਾਹੀਦੀ ਹੈ। ਤੋ ਸੰਗਤਾਂ ਦਾ ਇਕੱਠ ਹੋਇਆ ਵੇਖ ਕੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਮੰਦਰਾਂ ਵਿੱਚੋਂ, ਮਹਿਲਾਂ ਵਿੱਚੋਂ ਬਾਹਰ ਨਿਕਲੇ ਹਨ ਔਰ ਬਾਹਰ ਆ ਕੇ ਸ੍ਰੇਸ਼ਟ ਜਗ੍ਹਾ ਭਲੀ ਥਾਂ ਦੀ ਭਾਲ ਕਰਨ ਲੱਗੇ ਨੇ ਜਿੱਥੇ ਬੌਲੀ ਸਾਹਿਬ ਦਾ ਟੱਕ ਲਾਇਆ ਜਾ ਸਕੇ। ਸਭ ਸੰਗਤ ਕੇ ਸੰਗ ਸੁਲੀਨ, ਬਹੁ ਮਿਸ਼ਟਾਨ ਮੰਗਾਵਨ ਕੀਨ। ਸਤਿਗੁਰਾਂ ਨੇ ਬਹੁਤ ਸਾਰੀਆਂ ਸੰਗਤਾਂ ਵੀ ਨਾਲ ਲੈ ਲਈਆਂ, ਜਿੰਨੇ ਸਿੱਖ ਸੀ ਸਾਰੇ ਨਾਲ ਲੈ ਲਏ। ਮਠਿਆਈਆਂ ਲੈ ਲਈਆਂ, ਮਿਸ਼ਟਾਨ ਲੈ ਲਿਆ, ਕਿਉਂਕਿ ਬੜਾ ਵੱਡਾ ਕਾਰਜ ਆਰੰਭਣ ਲੱਗੇ ਨੇ। ਗੁਰੂ ਘਰ ਦੇ ਵਿੱਚ ਤੀਰਥ ਦੀ ਆਰੰਭਤਾ, ਪਹਿਲਾ ਤੀਰਥ ਗੁਰੂ ਘਰ ਦੇ ਵਿੱਚ ਲੱਗਣਾ ਬੌਲੀ ਸਾਹਿਬ ਦਾ।
ਇਸ ਕਰਕੇ ਬਹੁਤ ਸਾਰੀਆਂ ਮਠਿਆਈਆਂ ਮਿਸ਼ਟਾਨ ਆਦਿਕ ਉਹ ਵੀ ਲੈ ਲਏ ਤੇ ਸੰਗਤਾਂ ਨੂੰ ਆਪਣੇ ਨਾਲ ਲੈ ਕੇ ਸਤਿਗੁਰੂ ਜੀ ਜਿੱਥੇ ਅੱਜ ਕੱਲ ਬੌਲੀ ਸਾਹਿਬ ਹੈ ਤੇ ਦਰਬਾਰ ਸਾਹਿਬ ਸਤਿਗੁਰਾਂ ਦਾ ਬਿਲਕੁਲ ਨਾਲ ਬਣਿਆ ਹੋਇਆ ਗੁਰੂ ਅਮਰਦਾਸ ਸਾਹਿਬ ਜੀ ਦਾ ਸਥਾਨ, ਉੱਥੇ ਬੌਲੀ ਸਾਹਿਬ ਵਾਲੇ ਸਥਾਨ ਤੇ ਸਤਿਗੁਰੂ ਜੀ ਚੱਲ ਕੇ ਚੁਬਾਰਾ ਸਾਹਿਬ ਤੋਂ ਆਏ ਹਨ। ਥਲ ਸੁੰਦਰ ਪਿਕ ਪਾਸ ਬਿਪਾਸਾ ਟਿਕਪੁਰ ਗੋਇੰਦਵਾਲ ਪ੍ਰਕਾਸ਼ਾ। ਸਤਿਗੁਰੂ ਜੀ ਨੇ ਬਿਆਸ ਦਰਿਆ ਦੇ ਕੰਢੇ ਤੇ ਬੜੀ ਸੋਹਣੀ ਜਗ੍ਹਾ ਵੇਖੀ। ਉਦੋਂ ਦਰਿਆ ਬਿਲਕੁਲ ਲਾਗਿਓਂ ਵਗਦਾ ਸੀ, ਹੁਣ ਵੀ ਦਰਿਆ ਉੱਥੋਂ ਨਜ਼ਰ ਆਉਂਦਾ ਹੈ, ਪਰ ਉਸ ਸਮੇਂ ਬਿਲਕੁਲ ਨਾਲੋਂ ਵਗਦਾ ਸੀ ਦਰਿਆ ਬਿਆਸ। ਤੇ ਬਿਆਸ ਦਰਿਆ ਦਾ ਰਮਣੀਕ ਕੰਢਾ ਵੇਖ ਕੇ ਜਿੱਥੇ ਸਤਿਗੁਰੂ ਜੀ ਕਦੇ ਕਦੇ ਦੀਵਾਨ ਵੀ ਸਜਾਇਆ ਕਰਦੇ ਸੀ, ਜਦੋਂ ਸੰਗਤਾਂ ਬਹੁਤ ਜ਼ਿਆਦਾ ਆਉਂਦੀਆਂ ਸੀ ਇੱਥੇ ਸਤਿਗੁਰੂ ਜੀ ਦਾ ਦਰਬਾਰ ਵੀ ਸਜਦਾ ਸੀ। ਇਸ ਕਰਕੇ ਸਤਿਗੁਰੂ ਜੀ ਨੇ ਉਹ ਭਲੀ ਜਗ੍ਹਾ ਵੇਖ ਕੇ ਬਿਆਸ ਦਰਿਆ ਦਾ ਕੰਢਾ ਵੇਖ ਕੇ ਬਿਲਕੁਲ ਗੋਇੰਦਵਾਲ ਸਾਹਿਬ ਨਗਰ ਦੇ ਨਾਲ, ਕਿਉਂਕਿ ਜਿਹੜਾ ਪੁਰਾਣਾ ਨਗਰ ਆ ਉਹ ਤਾਂ ਪਿਛਲੇ ਪਾਸੇ ਥੋੜਾ ਜਿਹਾ ਹਟਵਾ ਪੈ ਜਾਂਦਾ ਹੈ ਤੇ ਉਦੋਂ ਇਹ ਬਾਹਰਲੇ ਪਾਸੇ ਜਗ੍ਹਾ ਸੀ, ਹੁਣ ਤਾਂ ਸਾਰਾ ਸ਼ਹਿਰ ਹੀ ਬਣ ਗਿਆ ਤੇ ਉਸ ਵੇਲੇ ਜਗ੍ਹਾ ਬਾਹਰਲੇ ਪਾਸੇ ਸੀ। ਗੋਇੰਦਵਾਲ ਸਾਹਿਬ ਦੇ ਨਗਰ ਦੇ ਬਿਲਕੁਲ ਇੱਕ ਸਿਰੇ ਤੇ ਜਗ੍ਹਾ ਹੈ। ਮੰਦ ਮੰਦ ਪਦ ਸੁੰਦਰ ਧਰੀ ਸੰਗ ਸੰਗਤਾਂ ਪੀਰ ਨਿਆਰੀ। ਮਹਾਰਾਜ ਜੀ ਨੇ ਬੜੀ ਸੋਹਣੀ ਜਗ੍ਹਾ ਵੇਖੀ, ਸਹਿਜੇ ਸਹਿਜੇ ਟੁਰਦੇ ਆਉਂਦੇ ਨੇ। ਪਾਤਸ਼ਾਹ ਜੀ ਦਾ ਸਰੀਰ ਤਨ ਬਿਰਧ ਹੈ, ਬਜ਼ੁਰਗ ਨੇ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਸਹਿਜੇ ਸਹਿਜੇ ਚਰਨ ਧਰਤੀ ਤੇ ਰੱਖਦੇ ਨੇ। ਨਾਲ ਸੰਗਤਾਂ ਸਤਿਗੁਰਾਂ ਦੇ ਟੁਰਿਆਂ ਆਉਂਦੀਆਂ ਨੇ। ਬੇਅੰਤ ਗੁਰੂ ਕੇ ਸਿੱਖ ਸਤਿਗੁਰਾਂ ਦੇ ਨਾਲ ਚੱਲਦੇ ਆ ਰਹੇ ਨੇ। ਸੁਥਲ ਜਾਨ ਗੁਰ ਸਥਿਤ ਬਏ ਤੱਕ ਲਗਾਵਨ ਕੀ ਆਇਸ ਦੇ। ਇਸ ਜਗ੍ਹਾ ਜਾਣ ਕੇ ਸਤਿਗੁਰੂ ਜੀ ਖਲੋ ਗਏ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬੌਲੀ ਸਾਹਿਬ ਵਾਲੀ ਜਿਹੜੀ ਜਗ੍ਹਾ ਹੈ, ਥਾਂ ਹੈ, ਉੱਥੇ ਸਤਿਗੁਰੂ ਜੀ ਖਲੋ ਗਏ ਔਰ ਟੱਕ ਲਾਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ। ਟੱਕ ਲਾਉਣ ਵਾਸਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਹੁਕਮ ਕੀਤਾ। ਬੁੱਢੇ ਪ੍ਰਥਮ ਕਹੀ ਕਰ ਗਏ ਜੈ ਗੁਰ ਕਹੀ ਤੀਰਥ ਕਰ ਸਹੇ। ਖਾਲਸਾ ਜੀ ਪਹਿਲਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਮੁੱਖ ਵਜ਼ੀਰ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਿਕਟ ਵਰਤੀਆਂ ਸਿੱਖ ਚੋਂ ਸਭ ਤੋਂ ਮੂਹਰੇ ਨੇ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ ਵੱਡਿਆਂ ਸਤਿਗੁਰਾਂ ਦਾ ਨਾਂ ਲੈ ਕੇ ਤੇ ਹੁਕਮ ਕੀਤਾ ਸਤਿਗੁਰਾਂ ਨੇ ਬਾਬਾ ਬੁੱਢਾ ਜੀ ਨੂੰ ਵੀ ਤੁਸੀਂ ਆਪਣੇ ਹੱਥੀਂ ਸਭ ਤੋਂ ਪਹਿਲਾਂ ਟੱਕ ਤੁਸੀਂ ਲਾਓ। ਕਿੱਡਾ ਵੱਡਾ ਮਾਣ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰੂ ਜੀ ਦੇ ਰਹੇ ਨੇ। ਤੇ ਜਿੱਥੇ ਸਤਿਗੁਰਾਂ ਨੇ ਇਸ਼ਾਰਾ ਕੀਤਾ ਵੀ ਇਸ ਜਗ੍ਹਾ ਤੇ ਟੱਕ ਲਾਉਣਾ ਹੈ, ਉੱਥੇ ਹੀ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਦਾ ਹੁਕਮ ਮੰਨਦਿਆਂ ਉਸੇ ਜਗ੍ਹਾ ਤੇ ਸਭ ਤੋਂ ਪਹਿਲਾਂ ਕਈ ਦੇ ਨਾਲ ਟੱਕ ਲਾਇਆ ਹੈ। ਤੈਂ ਤੇ ਮਾਟੀ ਲੀਨ ਉਪਾਟੀ ਭਰੀ ਟੋਕਰੀ ਸਿਰ ਤਰ ਸਾਟੇ। ਬਾਬਾ ਬੁੱਢਾ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਜਿੱਥੇ ਗੁਰੂ ਸਾਹਿਬ ਨੇ ਕਿਹਾ ਵੀ ਇਸ ਜਗ੍ਹਾ ਤੇ ਟੱਕ ਲਾਓ ਬੌਲੀ ਸਾਹਿਬ ਦਾ, ਉੱਥੇ ਹੀ ਬਾਬਾ ਜੀ ਨੇ ਟੱਕ ਲਾਇਆ ਤੇ ਟੱਕ ਲਾ ਕੇ ਉੱਥੋਂ ਹੀ ਮਿੱਟੀ ਪੁੱਟ ਕੇ ਟੋਕਰੀ ਵਿੱਚ ਪਾਈ ਹੈ। ਸਭ ਤੋਂ ਪਹਿਲੀ ਟੋਕਰੀ ਬੌਲੀ ਸਾਹਿਬ ਦੇ ਵਿੱਚੋਂ ਜਿਹੜੀ ਮਿੱਟੀ ਕੱਢਣ ਦੀ, ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਸਿਰ ਤੇ ਚੁੱਕ ਕੇ ਬਾਹਰ ਸੁੱਟੀ ਹੈ। ਸਭ ਤੋਂ ਪਹਿਲੀ ਟੋਕਰੀ ਚੁੱਕਣ ਦੀ ਸੇਵਾ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਤੇ ਟੋਕਰੀ ਚੁੱਕ ਕੇ ਮਿੱਟੀ ਦੀ ਭਰ ਕੇ ਉਹ ਬਾਹਰ ਲਿਆ ਕੇ ਸੁੱਟੀ ਹੈ। ਬੌਰੂ ਸਕਲ ਸਿੱਖ ਲਗ ਪਰੇ ਤਰੇ ਚੌਂਪ ਸੇਵਾ ਹਿਤ ਕਰੇ। ਬਾਬਾ ਬੁੱਢਾ ਜੀ ਨੇ ਸੇਵਾ ਆਰੰਭ ਕਰ ਦਿੱਤੀ। ਟੋਕਰੀ ਬਾਹਰ ਸੁੱਟ ਕੇ ਮਿੱਟੀ ਦੀ ਬਾਅਦ ਚ ਸੇਵਾ ਚੱਲ ਪਈ। ਬਹੁਤ ਸਾਰੇ ਸਿੱਖ ਬੜੀ ਭਾਵਨਾ ਦੇ ਨਾਲ ਟੋਕਰੀਆਂ ਚੁੱਕ ਲਈਆਂ ਸਾਰਿਆਂ ਨੇ ਤੇ ਮਿੱਟੀ ਦੀਆਂ ਟੋਕਰੀਆਂ ਭਰ ਭਰ ਕੇ ਚੁੱਕ ਕੇ ਬਾਹਰ ਸੁੱਟਣ ਲੱਗੇ ਹਨ। ਸਤਿਗੁਰ ਖਰੇ ਕਰਾਵਤ ਕਾਰ ਸੰਗਤ ਕਰਤ ਚੌਂਪ ਚਿਤ ਧਾਰ। ਸਤਿਗੁਰੂ ਜੀ ਆਪ ਬੌਲੀ ਸਾਹਿਬ ਦੇ ਕੰਢੇ ਤੇ ਖਲੋਤਿਆਂ ਸੇਵਾ ਆਪ ਆਪਣੀ ਨਿਗਰਾਨੀ ਚ ਗੁਰੂ ਅਮਰਦਾਸ ਸਾਹਿਬ ਜੀ ਕਰਾ ਰਹੇ ਨੇ। ਬਹੁਤ ਸਾਰੀਆਂ ਸੰਗਤਾਂ ਬੜੇ ਚਾਅ ਨਾਲ ਬੜੇ ਉਤਸ਼ਾਹ ਨਾਲ ਕਿ ਗੁਰੂ ਘਰ ਵਿੱਚ ਤੀਰਥ ਲੱਗਣ ਲੱਗਾ। ਇਹ ਤੀਰਥ ਦੀ ਸੇਵਾ ਹੈ ਖਾਲਸਾ ਜੀ, ਇਹ ਪਹਿਲਾ ਤੀਰਥ ਹੈ ਗੁਰੂ ਘਰ ਦੇ ਵਿੱਚ ਜਿਹੜਾ ਲੱਗਾ। ਅੱਜ ਤੋਂ ਪਹਿਲਾਂ ਕਦੇ ਗੁਰੂ ਘਰ ਵਿੱਚ ਬੌਲੀ ਨਹੀਂ ਸੀ ਲੱਗੀ। ਤੋਂ ਸਤਿਗੁਰੂ ਜੀ ਤੀਰਥ ਬਣਾਉਣ ਲੱਗੇ ਨੇ। ਗੁਰੂ ਅਮਰਦਾਸ ਸਾਹਿਬ ਜੀ ਤੋਂ ਬਾਅਦ ਤੇ ਫਿਰ ਬਾਅਦ ਵਿੱਚ ਜਿਹੜੇ ਗੁਰੂ ਸਾਹਿਬਾਨਾਂ ਉਹਨਾਂ ਤੇ ਫਿਰ ਅਨੇਕਾਂ ਬੌਲੀਆਂ ਅਨੇਕਾਂ ਸਰੋਵਰ ਤਲਾਬ ਜਿਹੜੇ ਗੁਰੂ ਘਰਾਂ ਦੇ ਵਿੱਚ ਬਣਵਾਏ। ਤੇ ਪਹਿਲਾ ਤਲਾਬ ਵੈਸੇ ਗੁਰੂ ਘਰ ਦੇ ਵਿੱਚ ਰਾਏ ਬੁਲਾਰ ਨੇ ਵੀ ਬਣਵਾਇਆ ਸੀ ਗੁਰੂ ਨਾਨਕ ਸਾਹਿਬ ਦੀ ਯਾਦ ਚ ਨਨਕਾਣਾ ਸਾਹਿਬ ਦੀ ਧਰਤੀ ਤੇ। ਬੌਲੀ ਸਾਹਿਬ ਜਿਹੜੀ ਪਹਿਲੀ ਲੱਗਣ ਲੱਗੀ ਹੈ ਉਹ ਗੋਇੰਦਵਾਲ ਸਾਹਿਬ ਚ ਗੁਰੂ ਅਮਰਦਾਸ ਸਾਹਿਬ ਨੇ ਲਵਾਈ ਹੈ।
ਤੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਕੋਲ ਖਲੋਤੇ ਸੇਵਾ ਕਰਾ ਰਹੇ ਨੇ। ਸਿੱਖ ਬੜੇ ਚਾਓ ਨਾਲ, ਬੜੇ ਉਮਾਹ ਨਾਲ ਸੇਵਾ ਕਰ ਰਹੇ ਨੇ। ਜੈ ਕੈ ਪਸਰ ਗਇਓ ਬਿਰਤੰਤ, ਤੀਰਥ ਰਚਿਓ ਗੁਰੂ ਭਗਵੰਤ। ਕਿੱਥੇ ਕਿੱਥੇ ਇਹ ਪ੍ਰਸੰਗ ਪ੍ਰਗਟ ਹੋ ਗਿਆ, ਹਰ ਪਾਸੇ ਗੱਲ ਪਸਰ ਗਈ ਹੈ ਕਿ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੀਰਥ ਲਵਾ ਰਹੇ ਨੇ। ਗੁਰੂ ਘਰ ਦੇ ਵਿੱਚ ਤੀਰਥ ਦੀ ਰਚਨਾ ਹੋ ਰਹੀ ਹੈ, ਤੀਰਥ ਦੀ ਸੇਵਾ ਚੱਲ ਰਹੀ ਹੈ, ਕਾਰ ਸੇਵਾ ਚੱਲ ਰਹੀ ਹੈ। ਇਹ ਪ੍ਰਸੰਗ ਹਰ ਪਾਸੇ ਪ੍ਰਗਟ ਹੋਇਆ, ਨਗਰ ਨਗਰ, ਗ੍ਰਾਮ ਗ੍ਰਾਮ, ਸ਼ਹਿਰਾਂ ਦੇ ਵਿੱਚ ਇਹ ਖਬਰ ਪਸਰੀ ਹੈ। ਨਿਜ ਘਰ ਤੇ ਕਈਆਂ ਬੁੱਲਿਆ ਮੈਂ, ਸਿਰ ਪਰ ਧਰੇ ਟੋਕਰੇ ਆਵੈ। ਸੁਣ ਸੁਣ ਕੇ ਬੇਅੰਤ ਸਿੱਖ ਆਪਣੇ ਘਰਾਂ ਵਿੱਚੋਂ ਕਈਆਂ ਤੇ ਟੋਕਰੀਆਂ ਲੈ ਲੈ ਕੇ ਆ ਗਏ। ਵੀ ਉੱਥੇ ਸੰਗਤਾਂ ਬੜੀਆਂ ਨੇ, ਕਈਆਂ ਟੋਕਰੀਆਂ ਕਿੱਥੇ ਲੱਭਣੀਆਂ ਨੇ। ਆਪਣੀਆਂ ਕਈਆਂ ਤੇ ਟੋਕਰੀਆਂ ਘਰਾਂ ਦੇ ਵਿੱਚੋਂ ਗੁਰੂ ਕੇ ਸਿੱਖ ਲੈ ਕੇ ਤੇ ਗੋਇੰਦਵਾਲ ਸਾਹਿਬ ਪਹੁੰਚੇ ਨੇ। ਆ ਕੇ ਸਿਰ ਤੇ ਧਰ ਧਰ ਕੇ ਟੋਕਰੀਆਂ ਮਿੱਟੀ ਦੀਆਂ ਭਰ ਭਰ ਕੇ ਬਾਹਰ ਸੁੱਟਦੇ ਨੇ ਔਰ ਬੌਲੀ ਸਾਹਿਬ ਦੀ ਸੇਵਾ ਕਰਕੇ ਯੋਗਦਾਨ ਪਾ ਰਹੇ ਨੇ। ਜਿਉਂ ਜਿਉਂ ਸੇਵ ਕਰੈ ਤਰ ਭਾਓ, ਤਿਉਂ ਤਿਉਂ ਸਤਿਗੁਰ ਹੋਤ ਪਸਾਓ। ਜਿਵੇਂ ਜਿਵੇਂ ਭਾਵਨਾ ਧਾਰ ਕੇ ਗੁਰੂ ਕੇ ਸਿੱਖ ਸੇਵਾ ਕਰਦੇ ਨੇ, ਤਿਵੇਂ ਤਿਵੇਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਹਨਾਂ ਤੇ ਪ੍ਰਸੰਨ ਹੁੰਦੇ ਨੇ। ਜਿਵੇਂ ਜਿਵੇਂ ਕੋਈ ਭਾਵਨਾ ਨਾਲ ਸੇਵਾ ਕਰ ਰਿਹਾ ਹੈ, ਕੋਈ ਤਨ ਕਰਕੇ, ਕੋਈ ਮਨ ਕਰਕੇ, ਕੋਈ ਧਨ ਕਰਕੇ, 3 ਪ੍ਰਕਾਰ ਦੀ ਸੇਵਾ ਹੈ। ਤੋ ਤਿੰਨਾਂ ਪ੍ਰਕਾਰਾਂ ਦੀ ਸੇਵਾ ਨੂੰ ਵੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਪ੍ਰਸੰਨਤਾ ਦੇ ਘਰ ਵਿੱਚ ਆ ਕੇ ਗੁਰਸਿੱਖਾਂ ਤੇ ਪ੍ਰਸੰਨਤਾ ਕਰਦੇ ਹਨ। ਨਿਤ ਪ੍ਰਤ ਕਰਤ ਕਾਰ ਨਰ ਬ੍ਰਿੰਦ, ਕਾਢੈ ਮਾਟੀ ਖੋਦ ਬਿਲੰਦ। ਜਗ੍ਹਾ ਪ੍ਰਤੀ ਇਸ ਤਰ੍ਹਾਂ ਦੀ ਕਾਰ ਕਰਦੇ ਨੇ ਗੁਰੂ ਕੇ ਸਿੱਖ। ਕਾਰ ਸੇਵਾ ਚੱਲ ਰਹੀ ਹੈ, ਮਿੱਟੀ ਕੱਢ ਕੱਢ ਕੇ ਟੋਕਰੀਆਂ ਵਿੱਚ ਭਰ ਭਰ ਕੇ ਉਸ ਮਿੱਟੀ ਨੂੰ ਬਾਹਰ ਸੁੱਟਦੇ ਨੇ। ਖੁਦਾਈ ਦੀ ਸੇਵਾ ਚੱਲ ਰਹੀ, ਕਿਉਂਕਿ ਪਹਿਲਾਂ ਖੁਦਾਈ ਦੀ ਸੇਵਾ ਚੱਲਣੀ ਸੀ ਤੇ ਬੌਲੀ ਸਾਹਿਬ ਬਹੁਤ ਡੂੰਘਾਈ ਤੱਕ ਜਾਣੀ ਹੈ, ਇਸ ਕਰਕੇ ਖੁਦਾਈ ਦੀ ਸੇਵਾ ਚੱਲ ਰਹੀ ਹੈ। ਬਹੁਤ ਸਾਰੀ ਮਿੱਟੀ ਭਰ ਭਰ ਕੇ ਬਾਹਰ ਸੁੱਟਦੇ ਨੇ। ਸੰਗਤ ਕਾਰ ਕਰਤ ਤੈ ਜੇਤੀ, ਅਚੈ ਦੇਗ ਤੇ ਭੋਜਨ ਤੇਤੇ। ਜਿੰਨੀ ਸੰਗਤ ਇੱਥੇ ਸੇਵਾ ਕਰ ਰਹੀ ਹੈ, ਸਾਰਿਆਂ ਦਾ ਲੰਗਰ ਪ੍ਰਸ਼ਾਦਾ ਗੁਰੂ ਕੇ ਲੰਗਰਾਂ ਵਿੱਚ ਹੁੰਦਾ, ਇਸ ਕਰਕੇ ਲੰਗਰ ਦਾ ਖਰਚਾ ਵੀ ਵੱਧ ਗਿਆ। ਪਰ ਮਾਇਆ ਵੀ ਬੇਅੰਤ ਆ ਰਹੀ ਹੈ। ਗੁਰੂ ਕੇ ਸਿੱਖ ਲਿਆ ਕੇ ਮਾਇਆ ਭੇਟ ਕਰਦੇ ਨੇ। ਜਿੰਨੀਆਂ ਸੰਗਤਾਂ ਇੱਥੇ ਸੇਵਾ ਕਰਨ ਆਉਂਦੀਆਂ ਨੇ, ਮਜ਼ਦੂਰ ਵੀ ਕਈ ਲਾਏ ਹੋਏ ਨੇ, ਜਿਹੜੇ ਆ ਕੇ ਸ਼ਾਮ ਨੂੰ ਮਿਹਨਤਾਨਾ ਵੀ ਲੈ ਲੈਂਦੇ ਨੇ ਗੁਰੂ ਘਰ ਵਿੱਚੋਂ। ਉਹਨਾਂ ਸਾਰਿਆਂ ਦਾ ਲੰਗਰ ਦਾ ਜਿਹੜਾ ਪ੍ਰਬੰਧ ਹੈ ਉਹ ਗੁਰੂ ਘਰ ਦੇ ਲੰਗਰਾਂ ਵਿੱਚ ਹੀ ਹੁੰਦਾ। ਸਾਰੀ ਸੰਗਤ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕਦੀ ਹੈ। ਲਗੈ ਮਿਹਨਤੀ ਗਨ ਜੇ ਆਏ, ਸੋ 2 ਟਕੇ ਦਿਹਾੜੀ ਪਾਏ। ਜਿਹੜੇ ਆ ਕੇ ਮਿਹਨਤ ਮਜ਼ਦੂਰ ਨੇ। ਗਰੀਬੀ ਵੀ ਸੀ ਕਈ ਇਲਾਕੇ 'ਚ। ਕੋਈ ਕਹਿੰਦੇ ਜੀ ਸਾਡੇ ਕੋਲ ਤਾਂ ਸੇਵਾ ਕੱਲੀ ਨਹੀਂ ਪੁੱਗਣੀ, ਅਸੀਂ ਨਾਲੇ ਸੇਵਾ ਤੇ ਨਾਲੇ ਮਜ਼ਦੂਰੀ ਵੀ ਕਰਾਂਗੇ। ਸੇਵਾ ਸਮਝ ਕੇ ਕਰਾਂਗੇ, ਪਰ ਮਜ਼ਦੂਰੀ ਵੀ ਸਾਨੂੰ ਲੈਣੀ ਪੈਣੀ ਹੈ, ਪੇਟ ਪਾਲਣਾ ਹੈ। ਤੇ 2-2 ਟਕੇ ਉਹਨਾਂ ਨੂੰ ਮਜ਼ਦੂਰੀ ਉਸ ਸਮੇਂ ਦਿਹਾੜੀ ਦੀ ਜਿਹੜੀ ਬਣਦੀ ਸੀ ਉਹ ਦਿੱਤੀ ਜਾਂਦੀ ਹੈ। 2-2 ਟਕੇ ਉਹਨਾਂ ਨੂੰ ਦਿਹਾੜੀ ਦੇ ਸ਼ਾਮ ਨੂੰ ਪ੍ਰਾਪਤ ਹੋ ਜਾਂਦੇ ਨੇ। ਲੰਗਰ ਤੇ ਆਹਾਰ ਮਨ ਭਾਵਤ, ਲੈ ਕਰ ਸੋਭੀ ਤੈ ਤੇ ਖਾਵਤ। ਜਿਹੜੇ ਮਿਹਨਤਾਨਾ ਲੈਣ ਵਾਲੇ ਨੇ, ਇਹ ਨਹੀਂ ਵੀ ਉਹਨਾਂ ਨੂੰ ਲੰਗਰ 'ਚ ਰੋਕਿਆ ਜਾਂਦਾ ਵੀ ਤੁਸੀਂ ਪ੍ਰਸ਼ਾਦਾ ਨਹੀਂ ਛਕਣਾ। ਉਹ ਵੀ ਸਗੋਂ ਨਾਲੇ ਤਾਂ ਮਿਹਨਤਾਨਾ ਵੀ ਮਜ਼ਦੂਰੀ ਵੀ ਲੈ ਲੈਂਦੇ ਸ਼ਾਮ ਨੂੰ, ਤੇ ਨਾਲੇ ਦੁਪਹਿਰ ਦੇ ਸਮੇਂ ਗੁਰੂ ਕੇ ਲੰਗਰਾਂ ਦੇ ਵਿੱਚ ਲੰਗਰ ਪ੍ਰਸ਼ਾਦਾ ਵੀ ਉਹਨਾਂ ਨੂੰ ਛਕਣ ਨੂੰ ਪ੍ਰਾਪਤ ਹੁੰਦਾ ਹੈ ਔਰ ਉਹ ਲੰਗਰ ਛਕ ਕੇ ਮਿਹਨਤ ਕਰਦੇ ਹਨ। ਦੇਗ ਵਿਸਾਲ ਹੋਣ ਤਬ ਲਾਗੇ, ਆਨੈ ਅਨ ਸਿੱਖ ਬੜ ਭਾਗੇ। ਬਹੁਤ ਜ਼ਿਆਦਾ ਲੰਗਰ ਹੋਣ ਵਰਤਣ ਲੱਗਾ, ਲੰਗਰ ਦਾ ਖਰਚਾ ਵੱਧ ਗਿਆ। ਵੱਡੇ ਵੱਡੇ ਬਰਟੋਇਆਂ ਦੇਗਚਿਆਂ ਵਿੱਚ ਲੰਗਰ ਪੱਕਦਾ ਹੈ ਤੇ ਗੁਰੂ ਕੇ ਸਿੱਖ ਆਪ ਲਿਆ ਕੇ ਧਨ ਭੇਟ ਕਰਦੇ ਨੇ। ਕੋਈ ਸਿੱਧਾ ਲਿਆ ਕੇ ਭੇਟ ਕਰਦਾ, ਕੋਈ ਅੰਨ ਲਿਆ ਕੇ ਭੇਟ ਕਰਦਾ ਹੈ। ਵੀ ਲੰਗਰਾਂ ਵਿੱਚ ਖਰਚਾ ਬਹੁਤ ਹੈ, ਇਸ ਕਰਕੇ ਸਿੱਖ ਸਰਬ ਪ੍ਰਕਾਰ ਦੇ ਨਾਲ ਸੇਵਾਵਾਂ ਕਰ ਰਹੇ ਨੇ, ਸੇਵਾਵਾਂ ਨਿਭਾ ਰਹੇ ਨੇ। ਕੀਤਕ ਦਾਸ ਦਰਬ ਲੈ ਆਏ, ਬੈਠ ਮਿਹਨਤੀ ਦੇਤ ਲਗਾਏ। ਕਈ ਸਿੱਖ ਤਾਂ ਅੰਨ ਲਿਆ ਕੇ ਲੰਗਰ 'ਚ ਭੇਟ ਕਰਦੇ ਨੇ। ਕਈ ਮਾਇਆ ਧਾਰੀ ਸਿੱਖ ਨੇ, ਉਹ ਮਾਇਆ ਲੈ ਕੇ ਆਉਂਦੇ ਨੇ। ਉਹ ਸ਼ਾਮ ਨੂੰ ਵੇਖਦੇ ਨੇ ਵੀ ਮਜ਼ਦੂਰ ਕਿੰਨੇ ਲੱਗੇ ਨੇ। ਉਹਨਾਂ ਮਜ਼ਦੂਰਾਂ ਦੀ ਮਜ਼ਦੂਰੀ ਗਿਣ ਕੇ, ਕੱਲੇ ਕੱਲੇ ਮਜ਼ਦੂਰ ਦੀ ਜਿੰਨੀ ਮਜ਼ਦੂਰੀ ਬਣਦੀ ਹੈ, ਉਹ ਜਿਹੜੇ ਧਨਵਾਨ ਸਿੱਖ ਨੇ ਉਹਨਾਂ ਨੂੰ ਮਜ਼ਦੂਰੀ ਦੇ ਕੇ ਫਿਰ ਟੋਰਦੇ ਨੇ ਵੀ ਲੋ ਭਾਈ ਤੁਹਾਡੀ ਜਿਹੜੀ ਮਜ਼ਦੂਰੀ ਬਣਦੀ ਆ ਉਹ ਲੈ ਲਓ।
ਇਦਾਂ ਦੇ ਵੀ ਸਿੱਖ ਨੇ ਜਿਹੜੇ ਸ਼ਾਮ ਨੂੰ ਆ ਕੇ ਮਜ਼ਦੂਰਾਂ ਨੂੰ ਮਜ਼ਦੂਰੀ ਦੇ ਕੇ ਟੋਰਦੇ ਨੇ। ਰਹਿ ਬਾਵਲੀ ਥਲ ਵੱਡ ਪੀਰ, ਕਬ ਕਬ ਸਤਗੁਰ ਬੈਠੇ ਤੀਰ। ਬੌਲੀ ਸਾਹਿਬ ਦੇ ਉੱਤੇ ਬਹੁਤ ਜ਼ਿਆਦਾ ਭੀੜ ਰਹਿੰਦੀ ਹੈ ਸਿੱਖਾਂ ਦੀ ਸੇਵਾ ਕਰਨ ਵਾਲਿਆਂ ਦੀ। ਬਹੁਤ ਸਾਰੇ ਸਿੱਖ ਬੌਲੀ ਸਾਹਿਬ ਦੀ ਸੇਵਾ ਕਰਦੇ ਨੇ ਤੇ ਸਤਿਗੁਰੂ ਜੀ ਦਾ ਸਰੀਰ ਬਿਰਧ ਹੈ। ਕਦੇ ਸਤਿਗੁਰੂ ਜੀ ਵੀ ਆ ਕੇ ਕਦੇ ਕਿਨਾਰੇ ਤੇ ਬੈਠ ਜਾਂਦੇ। ਸੇਵਾ ਕਰਦਿਆਂ ਸਿੱਖਾਂ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਵੇਖ ਕੇ ਨਾਲੇ ਉਹਨਾਂ ਤੇ ਖੁਸ਼ੀਆਂ ਕਰਦੇ, ਕਿਰਪਾ ਦੀ ਦ੍ਰਿਸ਼ਟੀ ਕਰਦੇ ਨੇ ਤੇ ਸਤਿਗੁਰੂ ਜੀ ਵੀ ਕਦੇ ਆ ਕੇ ਕਿਨਾਰੇ ਤੇ ਬੈਠ ਜਾਂਦੇ ਨੇ। ਤਨ ਤੇ ਸੇਵੈ ਗੁਰ ਕੋ, ਪ੍ਰੇਮ ਕਰਤ ਦੀਰਘ ਨਰ ਉਰ ਕੋ। ਤਨ ਕਰਕੇ ਤੇ ਤਨ ਕਰਕੇ ਸੇਵਾ ਕਰਦੇ ਨੇ ਗੁਰੂ ਦੀ, ਪਾਤਸ਼ਾਹ ਜੀ ਮਹਾਰਾਜ ਜੀ ਦੀ। ਬੜਾ ਭਾਰੀ ਪ੍ਰੇਮ ਹੈ ਉਹਨਾਂ ਦੇ ਹਿਰਦਿਆਂ ਵਿੱਚ ਤੇ ਭਾਰੀ ਪ੍ਰੀਤ, ਭਾਰੀ ਪ੍ਰੇਮ ਉਹ ਆਪਣੇ ਹਿਰਦੇ 'ਚ ਧਾਰਨ ਕਰਕੇ ਗੁਰੂ ਕੇ ਸਿੱਖ ਤਨ ਔਰ ਧਨ ਕਰਕੇ ਸੇਵਾ ਕਰ ਰਹੇ ਨੇ। ਕਾਲੇ ਕਾਲ ਲੈ ਫਲ ਚਾਹ, ਹਲਤ ਪਲਤ ਕੋ ਦੀਰਘ ਲਾਹ। ਕਾਲਣਾ ਕਾਲਦੇ ਨੇ, ਗੁਰੂ ਘਰ ਦੀ ਸੇਵਾ ਕਰਦੇ ਨੇ, ਬੌਲੀ ਸਾਹਿਬ ਦੀ ਸੇਵਾ ਕਰਦੇ ਨੇ ਔਰ ਸੇਵਾ ਕਰਕੇ ਆਪਣੇ ਮਨ ਦੇ ਵਿੱਚ ਫਲ ਦੀ ਚਾਹਨਾ ਇਹ ਕਰਦੇ ਨੇ ਕਿ ਸਾਡਾ ਲੋਕ ਤੇ ਪਰਲੋਕ ਸਤਿਗੁਰੂ ਜੀ ਸਵਾਰ ਦੇਣ। ਬਹੁਤ ਸਾਰੇ ਸਿੱਖ ਇਹ ਚਾਹਨਾ ਕਰਦੇ ਨੇ ਕਿ ਸਾਡਾ ਹਲਤ ਤੇ ਪਲਤ, ਲੋਕ ਤੇ ਪਰਲੋਕ ਸਤਿਗੁਰੂ ਜੀ ਸਵਾਰ ਦੇਣੇ। ਬੜੇ ਵੱਡੇ ਲਾਹੇ ਦਾ ਸੌਦਾ ਹੈ ਗੁਰੂ ਘਰ ਦੀ ਇਹ ਸੇਵਾ ਕਰਕੇ ਬੌਲੀ ਸਾਹਿਬ ਦੀ। ਜਿੱਥੇ ਲੋਕ ਸਵਰਨਾ ਹੈ ਉੱਥੇ ਪਰਲੋਕ ਵੀ ਸਵਰ ਜਾਣਾ ਹੈ। ਲੋਕ ਤੇ ਪਰਲੋਕ ਸਤਿਗੁਰੂ ਜੀ ਨੇ ਸਵਾਰ ਦੇਣਾ ਹੈ। ਸੁਣ ਸੁਣ ਸੁਧ ਕੋ ਸਿੱਖ ਉਤਲਾਵਤ, ਕਰਤ ਚੋਂਬ ਚਿਰਤਿ ਥਲ ਆਵਤ। ਸੁਣ ਸੁਣ ਕੇ ਗੁਰੂ ਕੇ ਸਿੱਖ ਬੜੇ ਚਾਉ ਨਾਲ ਆਉਂਦੇ, ਜਿਨ੍ਹਾਂ ਦੇ ਮਨ 'ਚ ਬੜੀ ਚੌਂਪ ਹੈ, ਬੜਾ ਚਾਉ ਹੈ ਕਿ ਜਦੋਂ ਗੁਰੂ ਘਰ ਦੇ ਵਿੱਚ ਸੇਵਾ ਸੁਣਦੇ ਨੇ ਵੀ ਸੇਵਾ ਹੋ ਰਹੀ ਹੈ ਬੌਲੀ ਸਾਹਿਬ ਦੀ। ਇਹ ਗੁਰੂ ਘਰ ਦੇ ਵਿੱਚ ਸੇਵਾ ਦਾ ਬੜਾ ਵੱਡਾ ਯੱਗ ਪਹਿਲੀ ਵਾਰ ਚੱਲਿਆ ਹੈ ਤੇ ਕਹਿੰਦੇ ਸੇਵਾ ਹੋ ਰਹੀ ਹੈ। ਸੁਣ ਸੁਣ ਕੇ ਸੇਵਾ ਕਰਨ ਵਾਸਤੇ ਸਿੱਖ ਉਮਗ ਉਮਗ ਕੇ ਆਉਂਦੇ ਨੇ ਵੀ ਗੁਰੂ ਘਰ ਦੀ ਸੇਵਾ ਕਰੀਏ। ਲਾਪੁਰ ਆਦ ਨਗਰ ਗਨ ਜੋਈ, ਗ੍ਰਾਮ ਬ੍ਰਿੰਦ ਮੈਂ ਇਹ ਸੁਦੋਏ। ਇੱਥੋਂ ਤੱਕ ਵੀ ਜਿਹੜਾ ਲਾਹੌਰ ਸ਼ਹਿਰ ਹੈ ਉੱਥੇ ਤੱਕ ਵੀ ਖਬਰ ਪਹੁੰਚੀ। ਹੁਣ ਲਾਹੌਰ ਸ਼ਹਿਰ ਦੇ ਵਿੱਚ ਵੀ ਬਹੁਤ ਸਾਰੇ ਸਿੱਖਾਂ ਦਾ ਵਾਸਾ ਸੀ। ਉਹਨਾਂ ਨੇ ਜਦੋਂ ਸੁਣਿਆ ਵੀ ਸੇਵਾ ਹੋ ਰਹੀ ਹੈ ਬੌਲੀ ਸਾਹਿਬ ਦੀ, ਤੀਰਥ ਲੱਗ ਰਿਹਾ ਹੈ ਗੁਰੂ ਘਰ ਵਿੱਚ, ਤੇ ਤੀਰਥ ਲੱਗਣ ਦੀ ਸੇਵਾ ਜਾਣ ਕੇ ਉਹ ਵੀ ਬੜੇ ਸਿੱਖ ਲਾਹੌਰ ਤੋਂ ਇਕੱਠੇ ਹੋ ਕੇ ਬਹੀਰਾਂ ਘੱਤ ਕੇ ਆਉਣ ਲੱਗੇ। ਹੋਰ ਜਿਹੜੇ ਨੇੜੇ ਤੇੜੇ ਨਗਰ ਨੇ ਉੱਥੋਂ ਵੀ ਸਿੱਖ ਆਉਣ ਲੱਗੇ ਨੇ। ਸਤਿਗੁਰ ਰਚੈ, ਸਤਿਗੁਰ ਤੀਰਥ ਰਚੈ ਤੋ ਬਾਪੇ, ਫਲਦਾਇਕ ਜੈ ਉਧਰੈ ਪਾਪੇ। ਆਪਸ ਵਿੱਚ ਵਿਚਾਰਾਂ ਕਰਦੇ ਨੇ ਚੱਲਣ ਸਮੇਂ ਆਪਣੇ ਨਗਰਾਂ ਤੋਂ। ਕਹਿੰਦੇ ਸਤਿਗੁਰੂ ਜੀ ਬੌਲੀ ਸਾਹਿਬ ਦੀ ਰਚਨਾ ਕਰ ਰਹੇ ਨੇ, ਤੀਰਥ ਥਾਪ ਰਹੇ ਨੇ, ਤੀਰਥ ਦੀ ਸਥਾਪਨਾ ਕਰ ਰਹੇ ਨੇ। ਬੜਾ ਵੱਡਾ ਤੀਰਥ ਲਾਉਣ ਲੱਗੇ ਨੇ ਬੌਲੀ ਸਾਹਿਬ 'ਚ, ਗੋਇੰਦਵਾਲ ਸਾਹਿਬ ਵਿੱਚ, ਜਿਹਦਾ ਬੜਾ ਭਾਰੀ ਫਲ ਹੋਵੇਗਾ। ਬਹੁਤ ਸਾਰੇ ਪਾਪੀ ਪਾਪ ਕਰਮ ਕਰਨ ਵਾਲੇ ਉੱਥੇ ਇਸ਼ਨਾਨ ਕਰਕੇ ਉਹਨਾਂ ਦਾ ਉਧਾਰ ਹੋਵੇਗਾ। ਬਹੁਤ ਸਾਰੇ ਜੀਵਾਂ ਦੀ ਕਲਿਆਣ ਹੋਵੇਗੀ ਜਦੋਂ ਉਹ ਤੀਰਥ ਬਣ ਕੇ ਤਿਆਰ ਹੋਵੇਗਾ। ਗਏ ਭਾਵਨੀ ਕਰ ਹੋਏ ਪੂਰਨ, ਹਿਮ ਸੁਨ ਨਰਗਨ ਪਹੁੰਚੈ ਤੂਰਨ। ਭਾਵਨਾ ਧਾਰ ਕੇ ਗਿਆ ਜਿੱਥੇ ਸਾਡੀਆਂ ਆਸਾਂ ਪੂਰਨ ਹੋਣਗੀਆਂ। ਇਹ ਮਨ ਦੇ ਵਿੱਚ ਭਾਵਨਾਵਾਂ ਰੱਖ ਕੇ, ਗੁਰੂ ਕੇ ਸਿੱਖ ਭਾਵਨਾਵਾਂ ਰੱਖ ਕੇ, ਕਈਆਂ ਦੇ ਮਨਾਂ 'ਚ ਆਸਾਂ ਹੁੰਦੀਆਂ। ਆਸਾਕਾਰ ਸਿੱਖ ਵੀ ਬੜੇ ਹੁੰਦੇ ਜਿਨ੍ਹਾਂ ਅੰਦਰ ਸਕਾਮ ਸੇਵਾ ਕਰਨ ਦੀ ਭਾਵਨਾ ਹੈ। ਸਕਾਮ ਤੇ ਨਿਸ਼ਕਾਮ ਦੋ ਪ੍ਰਕਾਰ ਦੀ ਸੇਵਾ ਹੁੰਦੀ ਹੈ। ਕੋਈ ਕਾਮਨਾ ਰੱਖ ਕੇ ਸੇਵਾ ਕਰਦਾ, ਕੋਈ ਨਿਸ਼ਕਾਮ ਰਹਿ ਕੇ ਸੇਵਾ ਕਰਦਾ। ਕਾਮਨਾ ਵਾਲੇ ਬਹੁਤੇ ਜ਼ਿਆਦਾ ਹੁੰਦੇ ਨੇ। ਇਸ ਕਰਕੇ ਕਹਿੰਦੇ ਜਿਹੜੇ ਸਕਾਮ ਸੇਵਾ ਕਰਨ ਦੇ ਅਭਿਲਾਖੀ ਸਨ, ਕਾਮਨਾ ਰੱਖ ਕੇ ਆਉਣ ਵਾਲੇ, ਉਹ ਵੀ ਆਏ ਤੇ ਬੜੀ ਭਾਵਨਾ ਨਾਲ ਆਏ ਕਿ ਅਸੀਂ ਜਦੋਂ ਸੇਵਾ ਕਰਾਂਗੇ ਤੇ ਸਾਡੀਆਂ ਮੁਰਾਦਾਂ ਪੂਰੀਆਂ ਹੋਣਗੀਆਂ, ਸਾਡੀਆਂ ਆਸਾਂ ਪੂਰਨ ਹੋਣਗੀਆਂ। ਇਹ ਸੁਣ ਕੇ ਬਹੁਤ ਸਾਰੇ ਨਾਰਾਂ ਦੇ ਸਮੂਹ ਗੁਰੂ ਘਰ ਦੇ ਵਿੱਚ ਪਹੁੰਚ ਰਹੇ ਨੇ। ਤਨ ਤੇ ਲਾਏ ਮਿਹਨਤੀ ਦੇਤ, ਪੁਨ ਉੱਠ ਕਲੈ ਖਨੈ ਕਹੀ ਕਰ ਲੇਤ। ਕਈਆਂ ਨੇ ਮਜ਼ਦੂਰਾਂ ਦੀ ਜਿਹੜੀ ਮਾਇਆ ਉਹ ਆਪਣੇ ਜੁੰਮੇ ਲੈ ਲਈ ਹੈ ਕਿ ਮਹਾਰਾਜ 10 ਮਜ਼ਦੂਰਾਂ ਦੀ ਸੇਵਾ ਅਸੀਂ ਕਰਾਂਗੇ। ਕੋਈ ਕਹਿੰਦਾ 20 ਮਜ਼ਦੂਰਾਂ ਦੀ ਮਜ਼ਦੂਰੀ ਅਸੀਂ ਦੇਵਾਂਗੇ। ਕੋਈ ਕਹਿੰਦਾ ਜੀ ਅਸੀਂ 5 ਦੀ ਸੇਵਾ ਕਰਾਂਗੇ। ਏਦਾਂ ਜਿੰਨੀ ਜਿੰਨੀ ਯਥਾ ਸ਼ਕਤ ਕਿਸੇ ਕੋਲ ਮਾਇਆ ਹੈ ਉਹਦੇ ਹਿਸਾਬ ਨਾਲ ਮਜ਼ਦੂਰਾਂ ਦੀ ਮਾਇਆ ਵੰਡ ਲਈ ਹੈ ਔਰ ਉਹਨਾਂ ਮਿਹਨਤੀਆਂ ਨੂੰ ਮਿਹਨਤਾਨਾ ਦਿੰਦੇ। ਕੱਲਾ ਉਹਨਾਂ ਕੋਲੋਂ ਮਜ਼ਦੂਰੀ ਕਰਾਉਂਦੇ ਹੀ ਨਹੀਂ,
ਸਗੋਂ ਆਪ ਵੀ ਕਈਆਂ ਟੋਕਰੀਆਂ ਫੜ ਕੇ ਉਹਨਾਂ ਦੇ ਨਾਲ ਲੱਗ ਕੇ ਸੇਵਾ ਕਰਦੇ ਨੇ। ਜਿੱਥੇ ਮਜ਼ਦੂਰਾਂ ਨੂੰ ਮਾਇਆ ਦੇ ਕੇ ਸੇਵਾ ਕਰਦੇ ਨੇ, ਉੱਥੇ ਆਪ ਨਾਲ ਕਈਆਂ ਤੇ ਟੋਕਰੀਆਂ ਲੈ ਕੇ ਗੁਰੂ ਘਰ ਦੀ ਬੌਲੀ ਸਾਹਿਬ ਦੀ ਸੇਵਾ, ਤੀਰਥ ਦੀ ਸੇਵਾ ਕਰਦੇ ਨੇ। ਇੱਕ ਜਾਵੈ ਇੱਕ ਆਵੈ ਪਾਤ, ਸਿੱਖ ਸੰਗਤ ਮੈਂ ਅਦਕ ਹੁਲਾਤ। ਕਈ ਸੇਵਾ ਕਰਨ ਆ ਰਹੇ ਨੇ, ਕਈ ਸੇਵਾ ਕਰਕੇ ਹੁਣ ਘਰਾਂ ਦੇ ਕੰਮਕਾਰ ਵੀ ਗ੍ਰਸਤੀ ਸਿੱਖ ਨੇ, ਘਰਾਂ ਦੇ ਕਾਰ ਵਿਹਾਰ ਵੀ ਸੰਭਾਲਣੇ ਹੁੰਦੇ ਕਈਆਂ ਨੇ। ਕੋਈ 1 ਦਿਨ, ਕੋਈ 2 ਦਿਨ, ਕੋਈ 4 ਦਿਨ, ਕਈ 5 ਦਿਨ ਸੇਵਾ ਕਰਕੇ ਫਿਰ ਵਾਪਸ ਮੁੜਦੇ ਨੇ। ਏਦਾਂ ਇੱਕ ਆ ਰਹੇ ਨੇ, ਸੰਗਤ ਵਿੱਚ ਕਮੀ ਨਹੀਂ ਆਈ, ਜਿੰਨੇ ਕੁ ਚਲੇ ਜਾਂਦੇ ਨੇ ਉਹਨੇ ਕੁ ਹੋਰ ਆ ਜਾਂਦੇ ਨੇ। ਏਦਾਂ ਗੁਰੂ ਘਰ ਦੀ ਸੇਵਾ ਜਿਹੜੀ ਹੈ, ਨਿਤਕਾਰ ਸੇਵਾ ਜਿਹੜੀ ਹੈ, ਉਹ ਚੱਲ ਰਹੀ ਹੈ। ਕਰ ਬਾਪ ਕਾ ਮੈਂ ਅਨੁਰਾਗ, ਸਤਿਗੁਰ ਕੀ ਸੇਵਾ ਮੇ ਲਾਗ। ਔਰ ਸਿੱਖ ਸੰਗਤਾਂ ਦੇ ਅੰਦਰ ਬੜਾ ਹੁਲਾਸ ਹੈ, ਬੜਾ ਚਾਉ ਹੈ, ਉਤਸ਼ਾਹ ਹੈ ਸੇਵਾ ਕਰਨ ਦਾ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਲੱਗਣ ਵਾਲੀ ਬੌਲੀ ਦੀ ਸੇਵਾ ਕਰਦੇ ਨੇ, ਬੜੇ ਚਾਉ ਨਾਲ, ਅਨੁਰਾਗ ਨਾਲ ਸੇਵਾ ਕਰਦੇ ਨੇ ਕਾਰ ਸੇਵਾ ਵਿੱਚ, ਕਿ ਗੁਰੂ ਕੀ ਸੇਵਾ ਹੈ, ਸਤਿਗੁਰੂ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤ ਲਾਏ, ਭਾਵਨਾ ਰੱਖ ਕੇ ਵੀ ਗੁਰੂ ਦੀ ਸੇਵਾ ਫਲਦਾਈ ਹੈ, ਪਰ ਜੇ ਕੋਈ ਚਿਤ ਲਾ ਕੇ, ਭਾਵਨਾ ਲਾ ਕੇ ਕਰੇ, ਉਹਨਾਂ ਨੂੰ ਫਲ ਪ੍ਰਾਪਤ ਹੁੰਦੇ ਨੇ। ਇਹ ਭਾਵਨਾ ਰੱਖ ਕੇ ਗੁਰੂ ਘਰ ਦੀ ਸੇਵਾ ਕਰ ਰਹੇ ਨੇ, ਬੌਲੀ ਸਾਹਿਬ ਦੀ ਸੇਵਾ ਵਿੱਚ ਯੋਗਦਾਨ ਪਾ ਰਹੇ ਨੇ। ਲਾਪੁਰ ਤੇ ਮਜੂਰ ਚੱਲ ਆਏ, ਕਰੈ ਕਾਰ ਚਿਤ ਚੌਂਪ ਵਡਾਏ। ਲਾਹੌਰ ਤੋਂ ਬੜੇ ਮਜ਼ਦੂਰਾਂ ਨੂੰ ਲੈ ਕੇ, ਜਿਹੜੇ ਸ਼ਾਹੂਕਾਰ ਸਿੱਖ ਸੀ, ਉਹ ਲੈ ਕੇ ਆਏ ਮਜ਼ਦੂਰਾਂ ਨੂੰ। ਕੋਈ 5 ਮਜ਼ਦੂਰ ਲੈ ਕੇ ਆਇਆ, ਕੋਈ 10, ਕੋਈ 20, ਏਦਾਂ ਬਹੁਤ ਸਾਰੇ ਮਜ਼ਦੂਰ, ਜਿਨ੍ਹਾਂ ਵਿੱਚੋਂ ਬਹੁਤੇ ਸਿੱਖ ਵੀ ਸੀ ਗੁਰੂ ਘਰ ਦੇ, ਉਹ ਚੱਲ ਕੇ ਆਏ ਨੇ ਲਾਹੌਰ ਤੋਂ ਗੁਰੂ ਘਰ ਦੀ ਸੇਵਾ ਵਾਸਤੇ। ਦਿਨ ਮੈਂ ਲੰਗਰ ਭੋਜਨ ਖਾਵਤ, ਸੰਗ ਦੁਆਨੇ ਦਿਹਾੜੀ ਪਾਵਤ। ਉਹ ਨਾਲੇ ਦਿਨੇ ਤਾਂ ਸੇਵਾ ਕਰਦੇ ਨੇ ਬੌਲੀ ਸਾਹਿਬ ਚ, ਤੇ ਲੰਗਰ ਵੀ ਗੁਰੂ ਘਰ ਦੇ ਵਿੱਚ ਛਕਦੇ ਨੇ, ਤੇ ਸ਼ਾਮ ਨੂੰ ਉਹਨਾਂ ਨੂੰ 2 ਆਨੇ ਮਜ਼ਦੂਰੀ ਵੀ ਮਿਲ ਜਾਂਦੀ। 2 ਆਨੇ ਵੀ ਉਦੋਂ ਮਜ਼ਦੂਰੀ ਦਾ ਜਿਹੜਾ ਮੁੱਲ ਸੀਗਾ ਉਹ 2 ਆਨੇ ਸੀ, ਤੇ ਸ਼ਾਮ ਦੇ ਸਮੇਂ ਉਹਨਾਂ ਨੂੰ 2 ਆਨੇ ਮਜ਼ਦੂਰੀ ਵੀ ਮਿਲ ਜਾਂਦੀ ਹੈ, ਤੇ ਦਿਨ ਦੇ ਸਮੇਂ ਗੁਰੂ ਘਰ ਦੇ ਵਿੱਚ ਛਕਣ ਵਾਸਤੇ ਲੰਗਰ ਵੀ ਮਿਲ ਜਾਂਦਾ। ਫਿਰ ਸ਼ਾਮ ਨੂੰ ਮਜ਼ਦੂਰੀ ਲੈ ਕੇ ਰਾਤ ਨੂੰ ਵੀ ਗੁਰੂ ਘਰ ਦੇ ਵਿੱਚੋਂ ਲੰਗਰ ਛਕਣ ਨੂੰ ਮਿਲਦਾ ਹੈ। ਇੱਕ ਸਿੱਖ ਪ੍ਰੇਮੀ ਤੈ ਚੱਲ ਆਵੈ, ਇੱਕ ਮਿਹਨਤੀ ਦਿਹਾੜੀ ਪਾਵੈ। ਇੱਕ ਪ੍ਰੇਮੀ ਸਿੱਖ ਨੇ ਜਿਨ੍ਹਾਂ ਨੂੰ ਕੋਈ ਕਾਂਖਾ ਨਹੀਂ ਕਿ ਸਾਨੂੰ ਮਾਇਆ ਨਹੀਂ ਚਾਹੀਦੀ, ਉਹ ਨਿਸ਼ਕਾਮ ਹੋ ਕੇ ਸੇਵਾ ਕਰਦੇ ਨੇ, ਕਾਮਨਾ ਤੋਂ ਰਹਿਤ ਹੋ ਕੇ ਵੀ ਸਾਨੂੰ ਧਨ ਨਹੀਂ ਚਾਹੀਦਾ, ਮਾਇਆ ਨਹੀਂ ਚਾਹੀਦੀ, ਉਹ ਨਿਸ਼ਕਾਮ ਹੋ ਕੇ ਸੇਵਾ ਕਰਦੇ ਨੇ। ਇੱਕ ਮਿਹਨਤੀ ਨੇ, ਜਿਹੜੇ ਮਜ਼ਦੂਰ ਨੇ, ਜਿਨ੍ਹਾਂ ਦਾ ਕੰਮ ਹੀ ਮਜ਼ਦੂਰੀ ਕਰਕੇ ਦਾਨ ਮਾਇਆ ਲੈਣਾ, ਉਹ ਮਜ਼ਦੂਰੀ ਵੀ ਕਰਦੇ ਨੇ ਪ੍ਰੇਮ ਨਾਲ, ਪਰ ਇਹ ਸਮਝ ਕੇ ਨਹੀਂ ਕਰਦੇ ਕਿ ਅਸੀਂ ਦਿਹਾੜੀ ਕਰ ਰਹੇ ਹਾਂ। ਉਹ ਇਹ ਸਮਝ ਕੇ ਕਰਦੇ ਨੇ ਵੀ ਗੁਰੂ ਘਰ ਦੀ ਸੇਵਾ ਹੈ, ਸੇਵਾ ਜਾਣ ਕੇ ਸੇਵਾ ਕਰਦੇ ਨੇ, ਔਰ ਨਾਲ ਉਹਨਾਂ ਨੂੰ ਮਜ਼ਦੂਰੀ ਤੇ ਮਿਹਨਤਾਨਾ ਵੀ ਮਿਲਦਾ ਹੈ। ਦਿਨ ਪ੍ਰਤ ਬਾਪੀ ਕਾਰ ਮਹਾਨਾ, ਹੋਵਤ ਹੈ ਪੀ ਬਿਦਤ ਜਹਾਨਾ। ਇਹਨਾਂ ਦਿਨ ਪ੍ਰਤੀ ਦਿਨ ਬੌਲੀ ਸਾਹਿਬ ਦੀ ਸੇਵਾ, ਕਾਰ ਸੇਵਾ ਚੱਲ ਰਹੀ ਹੈ, ਔਰ ਸਾਰੇ ਜਗਤ ਦੇ ਵਿੱਚ ਇਹ ਗੱਲ ਪ੍ਰਗਟ ਹੋ ਰਹੀ ਹੈ, ਕੱਲੀ ਲਾਹੌਰ ਤੱਕ ਸੀਮਤ ਨਹੀਂ ਰਹੀ। ਇਹ ਆਵਾਜ਼ ਕਾਬਲ ਤੇ ਕੰਧਾਰ ਤੱਕ ਵੀ ਪਹੁੰਚੀ ਹੈ ਕਿ ਗੁਰੂ ਘਰ ਦੇ ਵਿੱਚ, ਗੋਇੰਦਵਾਲ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਬੌਲੀ ਸਾਹਿਬ ਦੀ ਸਥਾਪਨਾ ਕਰ ਰਹੇ ਨੇ, ਇੱਕ ਬੜਾ ਵੱਡਾ ਤੀਰਥ ਲਾ ਰਹੇ ਨੇ, ਬੜਾ ਵੱਡਾ ਤੀਰਥ ਦਾ ਯੱਗ ਕਰ ਰਹੇ ਨੇ। ਗੁਰੂ ਘਰ ਦੇ ਵਿੱਚ ਤੀਰਥ ਲੱਗੇਗਾ ਤੇ ਸਾਨੂੰ ਕਿਸੇ ਹੋਰ ਤੀਰਥ ਤੇ ਜਾਣ ਦੀ ਲੋੜ ਨਹੀਂ। ਗੁਰੂ ਘਰ ਦੇ ਉਸ ਤੀਰਥ ਵਿੱਚ ਇਸ਼ਨਾਨ ਕਰਕੇ ਸਾਡੇ ਪਾਪਾਂ ਦੀ ਮੈਲ ਧੋਤੀ ਜਾਏਗੀ। ਇਹ ਗੱਲ ਦੇਸ਼ਾਂ, ਵਿਦੇਸ਼ਾਂ, ਪ੍ਰਦੇਸ਼ਾਂ ਵਿੱਚ ਦੂਰ ਦੂਰ ਤੱਕ ਪ੍ਰਗਟ ਹੋਈ ਹੈ। ਸਭ ਮੈਂ ਰਾਮਦਾਸ ਮਿਲ ਕਰਕੇ, ਸਤਿਗੁਰ ਚਰਨ ਪ੍ਰੇਮ ਕੋ ਧਰ ਕੇ। ਖਾਲਸਾ ਜੀ, ਜਿਹੜੀ ਇਹ ਸੇਵਾ ਚੱਲ ਰਹੀ ਹੈ ਬੌਲੀ ਸਾਹਿਬ ਦੀ, ਇਸ ਸੇਵਾ ਵਿੱਚ ਸਭ ਤੋਂ ਮੂਹਰਲੀਆਂ ਕਤਾਰਾਂ ਵਿੱਚ ਅੱਗੇ ਹੋ ਕੇ ਸੇਵਾ ਕਰਨ ਵਾਲੇ ਉਹਨੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਉਹਨਾਂ ਨੇ ਇਹ ਨਹੀਂ ਵੇਖਿਆ ਵੀ ਮੈਂ ਗੁਰੂ ਘਰ ਦਾ ਦਮਾਦ ਲੱਗਦਾ, ਜਵਾਈ ਲੱਗਦਾ, ਤੇ ਇਹ ਕੰਮ ਮੇਰੇ ਕਰਨ ਲਾਇਕ ਨਹੀਂ, ਸਗੋਂ ਗੁਰੂ ਘਰ ਦਾ ਦਾਸ ਜਾਣ ਕੇ ਆਪਣੇ ਆਪ ਨੂੰ ਸਭ ਤੋਂ ਅੱਗੇ ਹੋ ਕੇ ਸ੍ਰੀ ਗੁਰੂ ਰਾਮਦਾਸ ਜੀ ਸੰਗਤ ਵਿੱਚ ਮਿਲ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਦਾ ਪ੍ਰੇਮ, ਮਹਾਰਾਜ ਜੀ ਦੇ ਚਰਨਾਂ ਦੀ ਪ੍ਰੀਤ, ਉਹ ਆਪਣੇ ਹਿਰਦੇ 'ਚ ਧਾਰਨ ਕਰਕੇ ਸੋਢੀ ਸੁਲਤਾਨ ਪਾਤਸ਼ਾਹ ਸ਼੍ਰੀ ਰਾਮਦਾਸ ਜੀ ਮਹਾਰਾਜ ਜੀ ਸੇਵਾ ਕਰ ਰਹੇ ਨੇ। ਕਰੈ ਬਾਪ ਕਾ ਸੇਵ ਵਿਸਾਲਾ, ਸਰਬ
ਗਰਭ ਤੇ ਹੋਏ ਨਿਰਾਲਾ। ਬੋੜੀ ਸਾਹਿਬ ਦੀ ਬੜੀ ਵਿਸ਼ਾਲ ਸੇਵਾ ਕਰਦੇ, ਟੋਕਰੀ ਭਰ ਕੇ ਮਿੱਟੀ ਦੀ ਸਿਰ ਤੇ ਚੁੱਕ ਕੇ ਬਾਹਰ ਸੁੱਟਦੇ ਨੇ, ਕਦੇ ਕਈ ਫੜ ਕੇ ਮਿੱਟੀ ਖਨਨ ਦੀ ਸੇਵਾ ਕਰਦੇ ਨੇ। ਔਰ ਸੇਵਾ ਕਰਦਿਆਂ ਕਦੇ ਆਪਣੇ ਮਨ 'ਚ ਹੰਕਾਰ ਨਹੀਂ ਕੀਤਾ, ਗਰਭ ਤਿਆਗ ਕੇ ਹੰਕਾਰ ਛੱਡ ਕੇ ਕਿ ਖਾਲਸਾ ਜੀ ਇਹ ਰਿਸ਼ਤਾ ਹੀ ਗੁਰੂ ਘਰ ਦੇ ਨਾਲ ਇਹੋ ਜਿਹਾ ਸੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਕਿ ਬਦੋ ਬਦੀ ਕੋਈ ਦਮਾਦ ਹੋਵੇ, ਜਵਾਈ ਹੋਵੇ ਤੇ ਸਹੁਰੇ ਪਿੰਡ ਜਾ ਕੇ ਵੀ ਉਹਨੂੰ ਘਰ ਵੀ ਨਾ ਪਹੁੰਚਿਆ ਹੋਵੇ, ਪਿੰਡ 'ਚ ਹੀ ਜਾ ਕੇ ਉਹਨੂੰ ਬੜਾ ਮਾਣ ਹੁੰਦਾ ਹੈ ਕਿ ਮੈਂ ਇਸ ਪਿੰਡ ਦਾ ਦਮਾਦ ਹਾਂ। ਤੇ ਜੇ ਸਹੁਰੇ ਘਰ ਦੇ ਵਿੱਚ ਪਹੁੰਚ ਜਾਏ ਉੱਥੇ ਜਾ ਕੇ ਤਾਂ ਹਉਮੈ ਆਉਂਦੀ ਹੈ, ਹੰਕਾਰ ਆਉਂਦਾ ਹੀ ਹੈ। ਪਰ ਬਲਿਹਾਰ ਜਾਈਏ ਸ੍ਰੀ ਗੁਰੂ ਰਾਮਦਾਸ ਸਾਹਿਬ ਤੋਂ 22 ਸਾਲ ਗੁਰੂ ਅਮਰਦਾਸ ਸਾਹਿਬ ਜੀ ਦੇ ਦਰ ਘਰ ਦੀ ਸੇਵਾ ਕੀਤੀ, ਕਦੇ ਮਨ 'ਚ ਮਾਣ ਨਹੀਂ ਆਇਆ ਕਿ ਮੈਂ ਗੁਰੂ ਘਰ ਦਾ ਦਮਾਦ ਹਾਂ। ਸੇਵਕ ਬਣ ਕੇ, ਦਾਸ ਬਣ ਕੇ, ਹੰਕਾਰ ਨੂੰ ਛੱਡ ਕੇ। ਵੇਖੋ ਹੁਣ ਟੋਕਰੀ ਢੋਣ ਦੀ ਸੇਵਾ, ਇਹ ਬੜੀ ਨੀਵੀਂ ਸੇਵਾ ਸਮਝੀ ਜਾਂਦੀ ਸੀ ਉਹਨਾਂ ਸਮਿਆਂ ਵਿੱਚ ਕਿ ਟੋਕਰੀ ਚੁੱਕ ਕੇ ਢੋਣਾ ਇਹ ਕੰਮ ਨਹੀਂ ਵੱਡੇ ਛਤਰੀਆਂ ਦਾ। ਪਰ ਕਦੇ ਮਨ 'ਚ ਹੰਕਾਰ ਨਹੀਂ ਆਇਆ ਕਿ ਮੈਂ ਛਤਰੀ ਹਾਂ, ਮੇਰੀ ਉੱਚੀ ਜਾਤ ਹੈ ਤੇ ਮੈਂ ਇਹ ਟੋਕਰੀ ਢੋਣ ਦਾ ਕੰਮ ਕਿਉਂ ਕਰਾਂ, ਮੇਰਾ ਰਿਸ਼ਤਾ ਬੜਾ ਵੱਡਾ ਗੁਰੂ ਘਰ ਨਾਲ। ਕਦੇ ਮਨ 'ਚ ਮਾਣ ਨਹੀਂ ਆਇਆ, ਸਗੋਂ ਨਿਮਾਣੇ ਬਣ ਕੇ, ਨਿਤਾਣੇ ਬਣ ਕੇ ਧੰਨ ਗੁਰੂ ਰਾਮਦਾਸ ਸਾਹਿਬ, ਕਿਉਂਕਿ ਸੇਵਾ ਕਰਦੀ ਨਿਮਾਣਾ ਹੈ, ਨਿਮਾਣੇ ਬਣ ਕੇ ਹੀ ਸੇਵਾ ਹੁੰਦੀ ਹੈ। ਜੇ ਕੋਈ ਹੰਕਾਰ ਨਾਲ ਕਰਦਾ ਉਹ ਸੇਵਾ ਨਹੀਂ ਗਿਣੀ ਜਾ ਸਕਦੀ। ਹਉਮੈ ਵਿੱਚ ਆ ਕੇ ਜਿਹੜੀ ਸੇਵਾ ਕੀਤੀ ਜਾਂਦੀ ਉਹ ਕਦੇ ਸਫਲੀ ਨਹੀਂ, ਉਹ ਸੇਵਾ ਕਦੇ ਕਿਸੇ ਥਾਂ ਨਹੀਂ ਪੈਂਦੀ। ਜਿਹੜੇ ਨਿਮਾਣੇ ਤੇ ਨਿਤਾਣੇ ਬਣ ਕੇ ਗੁਰੂ ਘਰ ਦੀ ਸੇਵਾ ਕਰਦੇ ਨੇ ਉਹ ਸੇਵਾਵਾਂ ਗੁਰੂ ਘਰ 'ਚ ਪ੍ਰਵਾਨ ਹੁੰਦੀਆਂ ਨੇ। ਬੜੀ ਹੈਰਾਨੀ ਹੁੰਦੀ ਹੈ, ਕਈ ਸੇਵਕ ਸੇਵਾ ਤਾਂ ਕਰਦੇ ਨੇ ਪਰ ਵਿਖਾਵਾ ਕਰ ਕਰਕੇ। ਇੱਥੋਂ ਤੱਕ ਵੀ ਜੇ 100-500 ਦਾ ਨੋਟ ਵੀ ਲਿਆ ਕੇ ਗੋਲਕ 'ਚ ਪਾਣਾ ਹੋਵੇ ਨਾ ਤੇ ਉਹ ਵੀ ਬਾਹਰ ਨੂੰ ਕੜਕਦਾ ਜਾਂ ਕੱਢ ਕੇ ਸਾਰਿਆਂ ਨੂੰ ਵਿਖਾ ਕੇ ਪਾਉਂਦੇ ਵੀ ਮੈਂ ਪਾ ਰਿਹਾ। ਏਦਾਂ ਦੀ ਬਿਰਤੀ ਵੀ ਰੱਖਣ ਵਾਲੇ ਬਹੁਤ ਨੇ, ਪਰ ਖਾਲਸਾ ਜੀ ਏਦਾਂ ਦੀ ਬਿਰਤੀ ਵਾਲੇ ਅੱਜ ਵੀ ਬਹੁਤ ਨੇ ਜਿਹੜੇ ਲੱਖਾਂ ਰੁਪਈਆ ਵੀ ਗੁਰੂ ਘਰ ਦਾਨ ਕਰ ਦੇਣ ਤੇ ਆਪਣਾ ਨਾਂ ਨਹੀਂ ਜਣਾਉਂਦੇ, ਆਪਣਾ ਆਪ ਪ੍ਰਗਟ ਹੀ ਨਹੀਂ ਕਰਦੇ ਵੀ ਕਦੇ ਅਸੀਂ ਵੀ ਸੋਈ ਸੇਵਾ ਕੀਤੀ ਹੈ, ਪਿੱਛੇ ਹੋ ਕੇ ਰਹਿੰਦੇ ਨੇ। ਸਰਵ ਪ੍ਰਕਾਰ ਦੀਆਂ ਬਿਰਤੀਆਂ ਵਾਲੇ ਲੋਕ ਨੇ। ਸੇਵਾ ਜਿਹੜੀ ਆ ਉਹ ਨਿਮਾਣੇ ਬਣ ਕੇ ਹੁੰਦੀ ਹੈ, ਨਿਤਾਣੇ ਬਣ ਕੇ ਹੁੰਦੀ ਹੈ। ਸੇਵਾ ਦੇ ਨਾਲ ਹਿਰਦੇ 'ਚ ਨਿਮਰਤਾ ਆਉਂਦੀ ਹੈ, ਹਲੀਮੀ ਆਉਂਦੀ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਬਸਾਏ। ਗੁਰੂ ਘਰ ਦੀ ਸੇਵਾ ਵਿੱਚ ਬੜੀਆਂ ਬਰਕਤਾਂ ਨੇ, ਸਤਿਗੁਰਾਂ ਦੀ ਸੇਵਾ ਵਿੱਚ ਬੜੇ ਸੁੱਖ ਨੇ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਿੰਨੀਆਂ ਪਦਵੀਆਂ ਮਿਲੀਆਂ ਨੇ, ਜਿੰਨੀਆਂ ਅਵਸਥਾਵਾਂ ਨੂੰ ਪ੍ਰਾਪਤ ਕੀਤਾ ਗੁਰੂ ਘਰ ਵਿੱਚੋਂ, ਉਹ ਸੇਵਾ ਕਰਕੇ ਉਹਨਾਂ ਪਦਵੀਆਂ ਨੂੰ ਪ੍ਰਾਪਤ ਕੀਤਾ ਹੈ। ਕਿੱਡਾ ਵੱਡਾ ਛਤਰ ਗੁਰੂ ਰਾਮਦਾਸ ਸਾਹਿਬ ਦੇ ਸੀਸ ਤੇ ਝੁਲਿਆ। ਉਹ ਛਤਰ ਦਰਅਸਲ ਇੱਥੋਂ ਟੋਕਰੀ ਦੀ ਸੇਵਾ ਤੋਂ ਪ੍ਰਾਰੰਭ ਹੋਇਆ ਹੈ ਕਿ ਟੋਕਰੀ ਭਰ ਕੇ ਪਹਿਲਾਂ ਮਿੱਟੀ ਦੇ ਸਿਰ ਤੇ ਰੱਖ ਕੇ ਚੁੱਕ ਕੇ ਸੇਵਾ ਕਰਦੇ ਨੇ, ਹੰਕਾਰ ਦਾ ਤਿਆਗ ਕਰਕੇ। ਅਤ ਹਿਤ ਕਰਕੇ ਕਾਰ ਕਮਾਵੈ, ਧਰੈ ਟੋਕਰੀ ਸਿਰ ਨਿਕਸਾਵੈ। ਅਤ ਹਿਤ ਕਰਕੇ ਬਹੁਤ ਜ਼ਿਆਦੀ ਭਾਵਨਾ ਗੁਰੂ ਘਰ ਦੇ ਨਾਲ, ਇੰਨਾ ਪਿਆਰ ਹੈ ਮਨ ਦੇ ਵਿੱਚ ਕਿ ਉਸ ਪਰਮ ਪ੍ਰੇਮ ਨੂੰ ਆਪਣੇ ਹਿਰਦੇ 'ਚ ਧਾਰਨ ਕਰਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਟੋਕਰੀ ਭਰਦੇ ਨੇ ਔਰ ਉਹ ਸਿਰ ਤੇ ਰੱਖ ਕੇ ਬਾਹਰ ਸੁੱਟਦੇ ਨੇ। ਨਿਜ ਕੁਲ ਕੀ ਲੱਜਾ ਕੋ ਪਰ ਹਰ, ਸੰਬੰਧਨ ਕੀ ਆਨ ਨਹੀਂ ਧਰ। ਆਪਣੀ ਕੁਲ ਦੀ ਜਿਹੜੀ ਲੱਜਾ ਹੈ, ਕੁਲ ਦੀ ਲੱਜਾ ਦਾ ਮਤਲਬ ਹੈ ਵੀ ਮੈਂ ਸੋਢੀਆਂ ਦੇ ਵੰਸ਼ ਵਿੱਚੋਂ ਆ, ਮੇਰਾ ਵਰਨ ਬੜਾ ਉੱਚਾ, ਕਦੇ ਇਹ ਨਹੀਂ ਮਨ 'ਚ ਲਿਆਂਦਾ। ਕੁਲ ਦੀ ਲੱਜਾ ਨੂੰ ਤਿਆਗ ਕੇ ਆਪਣੇ ਸੰਬੰਧੀਆਂ ਦੀ, ਰਿਸ਼ਤੇਦਾਰਾਂ ਦੀ ਆਣ ਨੂੰ ਛੱਡ ਕੇ, ਉਹ ਅੱਗੇ ਕਥਾ ਆ ਰਹੀ ਹੈ ਕਿ ਉਹ ਰਿਸ਼ਤੇਦਾਰ ਸੰਬੰਧੀ ਆ ਕੇ ਗੁਰੂ ਰਾਮਦਾਸ ਸਾਹਿਬ ਜੀ ਨਾਲ ਲੜ ਵੀ ਰਹੇ ਨੇ, ਗੁਰੂ ਅਮਰਦਾਸ ਜੀ ਨਾਲ ਵੀ ਲੜ ਰਹੇ ਨੇ, ਪਰ ਉਹਨਾਂ ਸੰਬੰਧੀਆਂ ਦੀ, ਰਿਸ਼ਤੇਦਾਰਾਂ ਦੀ ਕਿਸੇ ਦੀ ਆਣ ਨਹੀਂ ਰੱਖੀ, ਆਪਣੇ ਮਨ 'ਚ ਕਿਸੇ ਦੀ ਲਾਜ ਨਹੀਂ ਰੱਖੀ, ਸ਼ਰਮ ਨਹੀਂ ਰੱਖੀ, ਕਿਉਂਕਿ ਖਾਲਸਾ ਜੀ ਸੇਵਾ ਸ਼ਰਮ ਤਿਆਗ ਕੇ ਹੁੰਦੀ ਹੈ। ਭਾਈ ਲਹਿਣੇ ਜੀ ਨੇ ਜਦੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਸਨ, ਉਹ ਕਥਾ ਵੀ ਆਪ ਜੀ ਨੇ ਸਰਵਣ ਕੀਤੀ ਵੀ ਪਹਿਲੀ ਵਾਰ ਮਹਾਰਾਜ ਜੀ ਨੇ ਕਹਿ ਦਿੱਤਾ ਵੀ ਆ ਚਿੱਕੜ ਦੀ ਪੰਡ ਹੈ, ਇਹ ਘਾਹ ਇਹਦੇ ਵਿੱਚੋਂ ਚਿੱਕੜ ਨੁੱਚੜ ਰਿਹਾ, ਇਹ ਚੁੱਕ ਕੇ ਜਾ ਕੇ ਪਸ਼ੂਆਂ ਨੂੰ ਪਾਉਣਾ ਹੈ। ਤੇ ਮਨ 'ਚ ਇਹ ਨਹੀਂ ਆਇਆ ਵੀ ਮੈਂ ਸਿਰ ਤੇ ਬੜੀ ਕੀਮਤੀ ਦਸਤਾਰ ਬੱਧੀ ਹੈ, ਚੋਲਾ ਬੜਾ ਕੀਮਤੀ ਪਾਇਆ ਹੋਇਆ ਤੇ ਮੇਰੇ ਕੱਪੜੇ ਨਾ ਮੈਲੇ ਹੋ ਜਾਣ। ਉਸੇ ਵੇਲੇ ਸਾਰਾ ਮਾਣ ਗਵਾ ਕੇ ਸੇਵਾ ਵਿੱਚ ਜੁੜ ਗਏ। ਸੇਵਾ ਦਾ ਭਾਵ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਕੁਲ ਦਾ ਮਾਣ ਛੱਡਿਆ, ਕੁਲ ਦਾ ਹੰਕਾਰ ਛੱਡਿਆ। ਸਾਨੂੰ ਤਾਂ ਆਪਣੀਆਂ ਕੁਲਾਂ ਦਾ ਹੀ ਬੜਾ ਮਾਣ ਹੈ ਵੀ ਸਾਡੀ ਫਲਾਣੀ ਜਾਤ ਹੈ, ਫਲਾਣੀ ਬਰਾਦਰੀ ਹੈ, ਸਾਡੀ ਬਰਾਦਰੀ ਬੜੀ ਉੱਚੀ ਹੈ, ਸਾਡੀ ਜਾਤ ਬੜੀ ਉੱਚੀ ਹੈ। ਪਰ ਖਾਲਸਾ ਜੀ
ਗੁਰੂ ਘਰ ਦੇ ਵਿੱਚ ਪਹਿਲਾਂ ਕੁਲ ਅਭਿਮਾਨ ਵੀ ਛੱਡਣਾ ਪੈਂਦਾ ਹੈ, ਜਾਤ ਪਾਤ ਦਾ ਅਭਿਮਾਨ ਵੀ ਤਿਆਗਣਾ ਪੈਂਦਾ, ਫਿਰ ਗੁਰੂ ਘਰ ਦੀ ਸੇਵਾ ਹੁੰਦੀ ਹੈ। ਤੇ ਸੇਵਾ ਕਰ ਰਹੇ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਆਪਣੇ ਸੰਬੰਧੀਆਂ ਦੀ, ਰਿਸ਼ਤੇਦਾਰਾਂ ਦੀ ਵੀ ਕੋਈ ਆਣ ਆਪਣੇ ਹਿਰਦੇ 'ਚ ਨਹੀਂ ਰੱਖੀ। ਸਭ ਜਗ ਕੀ ਰਾਖੀ ਨੈ ਕਾਨ, ਸੇਵਾ ਕੋ ਤਤਪਰ ਸਵਦਾਨ। ਰਿਸ਼ਤੇਦਾਰ ਤਾਂ ਕੀ, ਸਾਰੇ ਜਗਤ ਦੀ ਕਾਣ ਕਨੋੜ ਆਪਣੇ ਮਨ 'ਚ ਨਹੀਂ ਰੱਖੀ ਕਿ ਲੋਕ ਕੀ ਆਖਣਗੇ ਵੀ ਇਹ ਤਾਂ ਗੁਰੂ ਘਰ ਦਾ ਜਵਾਈ ਹੈ ਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਦਮਾਦ ਹੈ ਤੇ ਇਹ ਟੋਕਰੀ ਢੋਣ ਦੀ ਸੇਵਾ ਕਰ ਰਿਹਾ। ਲੋਕਾਂ ਦੇ ਇਹ ਖਿਆਲ, ਲੋਕਾਂ ਦੀਆਂ ਇਹ ਗੱਲਾਂ ਦਾ ਵੀ ਕੋਈ ਧਿਆਨ ਆਪਣੇ ਮਨ 'ਚ ਨਹੀਂ ਰੱਖਿਆ। ਕਿਸੇ ਦੇ ਲੋਕ ਲਾਜ ਤਾਂ ਛੱਡ ਹੀ ਦਿੱਤੀ। ਧਰਮ ਦੇ ਮਾਰਗ ਦੇ ਉੱਤੇ ਚੱਲਣ ਵਾਸਤੇ ਲੋਕ ਲੱਜਿਆ ਸਭ ਤੋਂ ਪਹਿਲਾਂ ਰੁਕਾਵਟ ਆਉਂਦੀ, ਫਿਰ ਉਹ ਲੋਕ ਲੱਜਿਆ ਤਿਆਗਣੀ ਹੈ, ਲੋਕ ਲੱਜਿਆ ਨਹੀਂ ਰੱਖਣੀ। ਜਬ ਨਾਚੀ ਤਬ ਘੂੰਗਟ ਕੈਸਾ, ਮਟਕੀ ਫੋੜ ਨਿਰਾਰੀ। ਕਹਿੰਦੇ ਜਦੋਂ ਨਾਚੀ ਪਈ ਤੇ ਫਿਰ ਲਾਜ ਕਾਹਦੀ, ਜਦੋਂ ਧਰਮ ਦੇ ਮਾਰਗ ਤੇ ਟੁਰ ਪਏ ਫਿਰ ਲਾਜ ਨਹੀਂ ਹੋਣੀ ਚਾਹੀਦੀ। ਕਈਆਂ ਸਿੱਖਾਂ ਨੂੰ ਕਹਿ ਦਿਓ ਵੀ ਦਾੜਾ ਪ੍ਰਕਾਸ਼ ਕਰਕੇ ਆਇਆ ਕਰੋ ਦਰਬਾਰ ਵਿੱਚ, ਤੇ ਉਹਨਾਂ ਦੇ ਮਨ 'ਚ ਵੀ ਇਹ ਸਵਾਲ ਆਉਂਦਾ ਜੀ ਥੋੜਾ ਹੁਣ ਸਾਰੀ ਜ਼ਿੰਦਗੀ ਹੋ ਗਈ ਆ ਵੀ ਬੰਨ੍ਹ ਕੇ ਰੱਖੀ ਹੈ, ਹੁਣ ਲਾਜ ਜੀ ਆਉਂਦੀ ਹੈ, ਸ਼ਰਮ ਜੀ ਆਉਂਦੀ ਹੈ। ਖਾਲਸਾ ਜੀ, ਸ਼ਰਮ ਦਾ ਭਾਵ ਤਾਂ ਤਿਆਗਣਾ ਹੈ, ਲੋਕ ਲਾਜ ਤਿਆਗਣੀ ਹੈ। ਲੋਕ ਲਾਜ ਨੂੰ ਤਿਆਗ ਕੇ ਬਹੁਤ ਸਾਰੇ ਸਿੱਖਾਂ ਨੂੰ ਕਹੋ ਵੀ ਜੇ ਤੁਸੀਂ ਅੰਮ੍ਰਿਤਧਾਰੀ ਹੋ, ਕਿਰਪਾਨ ਗਾਤਰਾ ਉੱਪਰੋਂ ਦੀ ਪਾਓ, ਕਹਿੰਦੇ ਜੀ ਲਾਜ ਆਉਂਦੀ ਹੈ, ਸ਼ਰਮ ਆਉਂਦੀ ਹੈ। ਸ਼ਰਮ ਕਾਹਦੀ ਹੋਈ ਭਾਈ, ਧਰਮ ਦਾ ਮਾਰਗ ਹੈ, ਸ੍ਰੇਸ਼ਟ ਮਾਰਗ ਹੈ, ਇਹਦੇ ਤੇ ਚੱਲ ਕੇ ਤਾਂ ਸਾਨੂੰ ਮਾਣ ਆਉਣਾ ਚਾਹੀਦਾ ਹੈ, ਸਾਨੂੰ ਫਖਰ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਲੋਕਾਂ ਦੀ ਲਾਜ ਕਰਕੇ ਹੀ ਅਸੀਂ ਆਪਣਾ ਸਿਰ ਨੀਵਾਂ ਕਰੀ ਜਾਈਏ। ਲੋਕ ਲਾਜ ਤਜ ਨਾਚੀ, ਲੋਕਾਂ ਦੀ ਲਾਜ ਛੱਡ ਕੇ ਧਰਮ ਦੇ ਮਾਰਗ ਤੇ ਚੱਲਣਾ ਪੈਂਦਾ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇਸ ਗੱਲ ਦਾ ਸੰਕੇਤ ਦੇ ਰਹੇ ਨੇ ਕਿ ਭਾਈ ਸਿੱਖੋ, ਕਿਸੇ ਦੀ ਕਾਣ ਕਨੋੜ ਰੱਖਣ ਦੀ ਲੋੜ ਨਹੀਂ ਹੈ, ਕਿਸੇ ਦੀ ਲਾਜ ਰੱਖਣ ਦੀ ਲੋੜ ਨਹੀਂ ਹੈ। ਜਿਵੇਂ ਇੱਕ ਸਤੀ ਜਦੋਂ ਬਹਿ ਜੇ ਨਾ ਚਿਖਾ ਦੇ ਉੱਤੇ ਸੰਧੂਰ ਲੈ ਕੇ ਹੱਥ ਵਿੱਚ, ਤੇ ਫਿਰ ਉਹ ਭਾਂਡੇ ਨਹੀਂ ਇਕੱਠੇ ਕਰਨ ਲੱਗ ਪੈਂਦੀ ਕਿ ਮੈਂ ਬਰਤਨ ਸਾਂਭ ਕੇ ਫਿਰ ਮਰਾਂ। ਉਹ ਕਹਿੰਦੀ ਹੁਣ ਜੇ ਮਾਰੀ ਜਾਣਾ ਤੇ ਹੁਣ ਮੈਂ ਪਿੱਛੋਂ ਕੀ ਵੇਖਾਂ, ਕਿਸੇ ਨੂੰ ਕੀ ਵੇਖਾਂ। ਉਹ ਤਾਂ ਕਹਿੰਦੀ ਅਬ ਤੋਂ ਜਰਾ ਮਰਾ ਸਿੱਧ ਪਾਈਆ ਲੀਨੋ ਹਾਥ ਸਿੰਧੌਰਾ। ਇਸ ਪ੍ਰਕਾਰ ਦੇ ਨਾਲ ਉਹ ਫਿਰ ਸੜ ਕੇ ਭਵੇਂ ਮਰ ਜੇ ਪਰ ਲੋਕ ਲਾਜ ਨਹੀਂ ਕਰਦੀ, ਸਾਰਾ ਕੁਝ ਤਿਆਗ ਦਿੰਦੀ ਹੈ। ਇਸੇ ਤਰ੍ਹਾਂ ਧਰਮ ਦੇ ਮਾਰਗ ਤੇ ਚੱਲਣ ਵੇਲੇ ਲੋਕ ਲਾਜ ਵੀ ਛੱਡਣੀ ਪੈਂਦੀ ਹੈ। ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੈ, ਭਾਵੇਂ ਦੁਨੀਆ ਦੇ ਲੋਕ ਹੱਸਣ ਮਖੌਲ ਉਡਾਉਣ, ਪਰ ਹੇ ਮੇਰੇ ਮਾਲਕਾ ਮੈਂ ਤੇਰੀ ਭਗਤੀ ਨਹੀਂ ਛੱਡਣੀ, ਤੇਰੀ ਭਗਤੀ ਦਾ ਤਿਆਗ ਨਹੀਂ ਕਰਨਾ। ਤੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਗਤ ਦੀ ਵੀ ਕਿਸੇ ਪ੍ਰਕਾਰ ਦੀ ਕੋਈ ਕਾਣ ਕਨੋੜ ਆਪਣੇ ਹਿਰਦੇ 'ਚ ਨਹੀਂ ਰੱਖਦੇ। ਸੇਵਾ ਕੋ ਤਤਪਰ ਸਵਦਾਨ, ਔਰ ਸੇਵਾ ਦੇ ਵਿੱਚ ਤਤਪਰ ਹੋ ਕੇ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਜਾਣ ਕੇ ਖੇਦ ਸਰੀਰ ਤੋਂ ਨਹੀਂ ਵਿਚਾਰਤ, ਔਰ ਖੇਦ ਨਹੀਂ ਜਾਣਦੇ ਸਰੀਰ ਦੀ ਕਿ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ, ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਕਰ ਰਹੇ ਨੇ, ਸਾਰਾ ਦਿਨ ਮਿਹਨਤ ਕਰਦੇ ਨੇ। ਇਹ ਨਹੀਂ ਵੇਖਦੇ ਵੀ ਸਰੀਰ ਥੱਕ ਗਿਆ ਹੈ, ਸਰੀਰ ਨੂੰ ਕੋਈ ਹੁਣ ਖੇਚਲਾ ਆਉਣੀ ਹੈ, ਖੇਦ ਆਉਣੀ ਹੈ। ਬਿਨਾਂ ਖੇਦ ਤੋਂ ਸਰੀਰ ਦੀ ਅਟੁੱਟ ਘਾਲਣਾ ਨਾਲ ਸਰੀਰ ਦੀ ਵੀ ਘਾਲੀ ਜਾ ਰਹੀ ਹੈ। ਖਾਲਸਾ ਜੀ, ਸੇਵਾ ਕਰਕੇ ਜਿੱਥੇ ਮਨ ਪਵਿੱਤਰ ਹੁੰਦਾ ਨਾ, ਉੱਥੇ ਸਰੀਰ ਵੀ ਸਫਲਾ ਤੇ ਪਵਿੱਤਰ ਹੋ ਜਾਂਦਾ ਹੈ। ਗੁਰੂ ਘਰ ਦੀ ਸੇਵਾ ਨਾਲ ਤਨ ਵੀ ਸਫਲਾ ਹੋ ਜਾਂਦਾ। ਜਿਹੜੇ ਸੇਵਾ ਕਰਦੇ ਨੇ ਨਾ, ਉਹਨਾਂ ਦੇ ਤਨ ਸਫਲੇ ਹੋ ਜਾਂਦੇ, ਉਹਨਾਂ ਦੇ ਹੱਥ ਵੀ ਪਵਿੱਤਰ, ਉਹਨਾਂ ਦੀਆਂ ਅੱਖਾਂ ਵੀ ਪਵਿੱਤਰ, ਸਾਰਾ ਤਨ ਪਾਵਨ ਤੇ ਪਵਿੱਤਰ ਹੋ ਜਾਂਦਾ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰੀਰ ਦੀ ਕੋਈ ਖੇਦ ਨਹੀਂ ਮੰਨਦੇ, ਕੋਈ ਦੁੱਖ ਨਹੀਂ ਮੰਨਦੇ ਵੀ ਸਰੀਰ ਥੱਕ ਗਿਆ। ਬਿਨਾਂ ਅਕਿਆਂ ਤੇ ਬਿਨਾਂ ਥੱਕਿਆਂ ਗੁਰੂ ਘਰ ਦੀ ਸੇਵਾ ਅਥੱਕ ਘਾਲਣਾ ਇਸ ਨੂੰ ਕਹਿੰਦੇ ਨੇ। ਇਹ ਅਥੱਕ ਘਾਲਣਾ ਘਾਲ ਰਹੇ ਨੇ। ਪ੍ਰੇਮਾ ਭਗਤ ਰਾਤ ਦਿਨ ਧਾਰਤ, ਰਾਤ ਦਿਨ ਇੱਕੋ ਪ੍ਰੇਮਾ ਭਗਤੀ ਆਪਣੇ ਹਿਰਦੇ 'ਚ ਧਾਰਨ ਕੀਤੀ ਹੋਈ ਆ। ਗੁਰੂ ਦਾ ਪਿਆਰ, ਗੁਰੂ ਸਾਹਿਬ ਜੀ ਦੀ ਪ੍ਰੀਤ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰੇਮ, ਬਸ ਉਹ ਹਿਰਦੇ 'ਚ ਵਸਦਾ ਹੈ। ਉਹਨੂੰ ਆਪਣੇ ਹਿਰਦੇ 'ਚ ਧਾਰਨ ਕਰਕੇ ਰਾਤ ਦਿਨ ਇੱਕ ਕਰਕੇ ਸਾਰੇ ਸੇਵਾ ਕਰਕੇ ਹਟ ਜਾਂਦੇ ਨੇ, ਤੇ ਬਾਅਦ ਵਿੱਚ ਜਿੰਨੀਆਂ ਕਈਆਂ ਟੋਕਰੀਆਂ ਉਹ ਇਕੱਠੀਆਂ ਕਰਕੇ ਸਾਂਭ ਕੇ ਰੱਖਣਾ, ਇਹ ਸੇਵਾ ਵੀ ਰਾਤ ਰਾਤ ਤੱਕ ਗੁਰੂ ਰਾਮਦਾਸ ਸਾਹਿਬ ਜੀ ਕਰਦੇ ਰਹਿੰਦੇ ਨੇ। ਅਪਰ ਸੰਗ ਨੇ ਈਰਖਾ ਠਾਨੈ, ਕਰੈ ਟਹਿਲ ਸਿੱਖ ਮਹਿਤ ਪਰਮਾਨੈ। ਕਿਸੇ ਨਾਲ ਕੋਈ ਈਰਖਾ ਨਹੀਂ, ਕੋਈ ਮੂਹਰੇ ਹੋ ਕੇ ਸੇਵਾ ਕਰੀ ਜਾਏ। ਇਹ ਨਹੀਂ ਕਿ ਮੈਂ ਗੁਰੂ ਘਰ ਦਾ ਸੰਬੰਧੀਆਂ ਤੇ ਮੈਂ ਮੁਖੀ ਹੋ ਕੇ ਅੱਗੇ ਹੋ ਕੇ ਸੇਵਾ ਕਰਾਂ, ਏਦਾਂ ਦਾ ਮਾਣ ਨਹੀਂ, ਕਿਸੇ ਨਾਲ ਈਰਖਾ ਨਹੀਂ। ਜੇ ਕੋਈ ਮੂਹਰੇ ਹੋ ਕੇ ਸੇਵਾ ਕਰਦਾ, ਜਿਵੇਂ ਸਾਰੇ ਆਮ ਸਿੱਖ ਸੇਵਾ ਕਰ ਰਹੇ ਨੇ,
ਉਸੇ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨਿਮਾਣੇ ਬਣ ਕੇ ਗੁਰੂ ਘਰ ਦੀ ਉਸੇ ਤਰ੍ਹਾਂ ਸੇਵਾ ਕਰ ਰਹੇ। ਨਿਮਰਤਾ ਦੇ ਇੰਨੇ ਵੱਡੇ ਮਹਾਨ ਪੁੰਜ ਨੇ ਗੁਰੂ ਰਾਮਦਾਸ ਸਾਹਿਬ। ਅੱਗੇ ਜੀਵਨ ਕਥਾ 'ਚ ਸਤਿਗੁਰਾਂ ਦੇ ਉਹ ਵੀ ਪ੍ਰਸੰਗ ਆਉਣਾ ਹੈ ਕਿ ਆਪਣੇ ਦਾੜੇ ਨਾਲ ਬਾਬੇ ਸ਼੍ਰੀ ਚੰਦ ਦੇ ਚਰਨ ਝਾੜਦਿਆਂ ਵੀ ਕਹਿ ਦਿੱਤਾ ਸੀ, ਬਾਬਾ ਜੀ ਇਹ ਦਾੜਾ ਤੁਹਾਡੇ ਜੈਸੇ ਮਹਾਂਪੁਰਖਾਂ ਦੇ ਚਰਨ ਝਾੜਨ ਵਾਸਤੇ ਹੈ। ਏਡੀ ਵੱਡੀ ਨਿਮਰਤਾ ਦੇ ਮਾਲਕ ਸ਼੍ਰੀ ਗੁਰੂ ਰਾਮਦਾਸ ਸਾਹਿਬ ਕਦੇ ਕਿਸੇ ਨਾਲ ਦਵੈਸ਼ ਨਹੀਂ ਕਰਦੇ, ਕਦੇ ਕਿਸੇ ਨਾਲ ਕੋਈ ਈਰਖਾ ਨਹੀਂ। ਈਰਖਾ ਦਵੈਸ਼ ਤੋਂ ਬਿਨਾਂ ਹੋ ਕੇ ਗੁਰੂ ਘਰ ਦੀ ਸੇਵਾ ਕਰਦੇ ਨੇ। ਕਰੈ ਟਹਿਲ ਸੁਖ ਮਹਿਲ ਪਰਮਾਨੈ, ਸੇਵਾ ਕਰਕੇ ਮਹਿਲ ਦੀ ਪ੍ਰਾਪਤੀ ਕਰਨਾ ਚਾਹੁੰਦੇ। ਕਿਹੜਾ ਮਹਿਲ? ਸੁਖ ਮਹਿਲ, ਜਿੱਥੇ ਸਦਾ ਸੁਖ ਹੈ। ਸੇਵਾ ਕਰਕੇ ਇੱਕੋ ਇੱਛਾ ਹੈ ਕਿ ਹੇ ਪਾਤਸ਼ਾਹ ਮੈਨੂੰ ਉਹ ਸੁਖ ਮਹਿਲ ਦੀ ਪ੍ਰਾਪਤੀ ਹੋ ਜਾਏ ਜਿਸ ਮਹਿਲ ਵਿੱਚ ਜਾ ਕੇ ਮੁੜ ਕੇ ਕਦੇ ਕਿਤੇ ਜਾਣਾ ਆਉਣਾ ਨਹੀਂ ਹੁੰਦਾ। ਉਹ ਸੁਖ ਮਹਿਲ ਬਖਸ਼ ਦਿਓ ਜਿੱਥੇ ਸਦਾ ਹੀ ਸੁਖ ਨੇ। ਉਸ ਮਹਿਲ ਦੀ ਦਾਤ ਬਖਸ਼ ਦਿਓ ਜਿਸ ਨੂੰ ਆਤਮਾ ਦਾ ਆਨੰਦ ਕਹਿੰਦੇ ਹਨ। ਖਨੈ ਅੰਮ੍ਰਿਤ ਕਾ ਸੀਸੀ ਉਠਾਵੈ, ਮਿੱਟੀ ਕਈ ਨਾਲ ਆਪ ਕੁੱਟਦੇ ਤੇ ਪਾ ਕੇ ਟੋਕਰੀ ਦੇ ਵਿੱਚ ਫਿਰ ਉਹ ਮਿੱਟੀ ਸਿਰ ਤੇ ਚੁੱਕ ਕੇ ਟੋਕਰੀ ਰੱਖਦੇ ਨੇ। ਨਿਕਸ ਵੈਰ ਕੋ ਦੂਰ ਗਿਰਾਵੈ, ਫਿਰ ਉਸ ਬੌਲੀ ਸਾਹਿਬ ਵਾਲੀ ਥਾਂ ਤੋਂ ਉਹ ਮਿੱਟੀ ਟੋਕਰੀ ਸਿਰ ਤੇ ਰੱਖ ਕੇ ਜਿੱਥੇ ਦੂਰ ਥਾਂ ਤੇ ਜਗ੍ਹਾ ਮਿੱਟੀ ਸੁੱਟਣ ਦੀ ਬਣਾਈ ਹੋਈ ਹੈ ਉੱਥੇ ਜਾ ਕੇ ਮਿੱਟੀ ਸੁੱਟਦੇ ਨੇ। ਧੂਲ ਸਰੀਰ ਬਸਤਰ ਕੋ ਲਾਗੈ, ਹੈ ਮਨ ਭੰਗ ਨ ਪ੍ਰੇਮ ਸੋ ਜਾਗੈ। ਖਾਲਸਾ ਜੀ ਮਿੱਟੀ ਢੋਂਦਿਆਂ ਸਰੀਰ ਤੇ ਮਿੱਟੀ ਲੱਗ ਜਾਂਦੀ ਹੈ, ਸਿਰ ਦੇ ਉੱਤੇ ਮਿੱਟੀ ਲੱਗਦੀ ਹੈ, ਤਨ ਤੇ ਮਿੱਟੀ ਲੱਗਦੀ ਹੈ, ਕੱਪੜੇ ਸਾਰੇ ਮਿੱਟੀ ਦੇ ਨਾਲ ਗਹਿ ਗੱਚ ਹੋ ਜਾਂਦੇ ਨੇ। ਪਰ ਕੱਪੜੇ ਮੈਲੇ ਹੋਣ ਦੇ ਬਾਵਜੂਦ ਵੀ ਕਦੇ ਆਪਣਾ ਮਨ ਰੰਜ ਨਹੀਂ ਕਰਦੇ, ਮਨ ਭੰਗ ਨਹੀਂ ਕਰਦੇ ਵੀ ਮੇਰੇ ਕੱਪੜੇ ਮੈਲੇ ਹੋ ਗਏ। ਤੇ ਗੁਰੂ ਸਾਹਿਬ ਤਾਂ ਕਹਿੰਦੇ ਭਾਈ ਇਹ ਮਿੱਟੀ ਹੈ ਹੀ ਨਹੀਂ, ਦਰਅਸਲ ਇਹ ਤਾਂ ਕੇਸਰ ਤੇ ਕੁੰਕਮ ਦਾ ਚਰਚਣ ਕੀਤਾ ਹੋਇਆ। ਇਹ ਤਾਂ ਕੇਸਰ ਤੇ ਕੁੰਕਮ ਦਾ ਚਰਚਣ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਕਦੇ ਮਨ ਇਹ ਰੰਜ ਨਹੀਂ ਹੁੰਦਾ ਕਿ ਮੇਰੇ ਕੱਪੜੇ ਬਸਤਰ ਮਲੀਨ ਹੋ ਗਏ, ਸਗੋਂ ਬੜੇ ਚਾਅ ਨਾਲ ਰੀਝ ਕੇ ਸੇਵਾ ਕਰਦੇ। ਸਾਰਾ ਤਨ ਮਿੱਟੀ ਨਾਲ ਭਰ ਜਾਂਦਾ ਹੈ। ਮਨ ਬਚ ਕਰਮ ਸੇਵਾ ਕੇ ਤਤਪਰ, ਅਪਰ ਮਨੋਰਥ ਕੋ ਨੈ ਉਰ ਦਰ। ਮਨ, ਬਚ ਔਰ ਕਰਮ ਇਹ ਤਿੰਨ ਚੀਜ਼ਾਂ ਨੇ ਤੇ ਤਿੰਨੇ ਗੁਰੂ ਸਾਹਿਬ ਨੂੰ ਸਮਰਪਣ ਕਰਕੇ ਤਿੰਨਾਂ ਕਰਕੇ ਸੇਵਾ ਕਰ ਰਹੇ ਨੇ। ਮਨ ਕਰਕੇ ਵੀ, ਬਚਨਾ ਕਰਕੇ ਵੀ ਔਰ ਕਰਮ ਕਰਕੇ ਵੀ। ਮਨ, ਬਚ, ਕਰਮ ਕਰਕੇ ਤਿੰਨਾਂ ਪ੍ਰਕਾਰਾਂ ਨਾਲ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰੂ ਸਾਹਿਬ ਤੇ ਸ਼ਰਧਾ ਭਾਵਨਾ ਆਸਥਾ ਰੱਖ ਕੇ ਸੇਵਾ ਕਰੀ ਜਾ ਰਹੇ ਨੇ। ਅਪਰ ਮਨੋਰਥ ਕੋ ਨੈ ਉਰ ਧਰ, ਹੋਰ ਕੋਈ ਮਨੋਰਥ ਮਨ ਵਿੱਚ ਆਉਂਦਾ ਹੀ ਨਹੀਂ। ਕਦੇ ਮਨ 'ਚ ਕੋਈ ਸੰਕਲਪ ਨਹੀਂ ਆਉਂਦਾ ਵੀ ਇਹ ਫੁਰਨਾ ਹੋ ਜਾਏ, ਜਾਂ ਕੋਈ ਮਨੋਰਥ ਤਾਂ ਜਾਗਦਾ ਹੀ ਨਹੀਂ ਹਿਰਦੇ 'ਚ। ਬਸ ਇੱਕ ਸੇਵਾ ਤੇ ਦੂਜਾ ਸਿਮਰਨ। ਸਿਮਰਨ ਹਿਰਦੇ 'ਚ ਚੱਲ ਰਿਹਾ ਹੈ। ਧੰਨ ਗੁਰੂ ਅਮਰਦਾਸ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ, ਵਾਹਿਗੁਰੂ ਵਾਹਿਗੁਰੂ ਨਾਲ ਸਿਮਰਨ ਚੱਲ ਰਿਹਾ ਹਿਰਦੇ ਵਿੱਚ ਤੇ ਤਨ ਨਾਲ ਸੇਵਾ ਕਰ ਰਹੇ ਨੇ। ਮਨ 'ਚ ਕੋਈ ਮਨੋਰਥ ਨਹੀਂ ਹੈ, ਮਨ 'ਚ ਕਿਸੇ ਪ੍ਰਕਾਰ ਦਾ ਕੋਈ ਸੰਕਲਪ ਨਹੀਂ ਆਉਂਦਾ। ਸ਼੍ਰੀ ਗੁਰ ਪੂਰਨ ਅੰਤਰ ਜਾਮੀ, ਤਿਸ ਕੀ ਲਖੈ ਸੇਵ ਸਭ ਸੁਆਮੀ। ਖਾਲਸਾ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤਾਂ ਸੇਵਾ ਕਰ ਰਹੇ ਨੇ, ਪਰ ਗੁਰੂ ਸਾਹਿਬ ਇਹ ਨਹੀਂ, ਗੁਰੂ ਅਮਰਦਾਸ ਸਾਹਿਬ ਸੇਵਾ ਦਾ ਮੁੱਲ ਨਹੀਂ ਪੇ ਪਾਉਂਦੇ। ਉਧਰ ਗੁਰੂ ਅਮਰਦਾਸ ਸਾਹਿਬ ਜੀ ਵੀ ਬੜੇ ਪ੍ਰਸੰਨ ਨੇ। ਸ਼੍ਰੀ ਰਾਮਦਾਸ ਜੀ ਦੀ ਸੇਵਾ ਵੇਖ ਕੇ ਬੜੀਆਂ ਖੁਸ਼ੀਆਂ ਕਰਦੇ। ਖਾਲਸਾ ਜੀ ਉਹ ਤਾਂ ਟੋਕਰੀ ਭਰ ਕੇ ਸਿਰ ਤੇ ਰੱਖਦੇ ਨੇ ਨਾ ਵੀ ਟੋਕਰੀ ਮਿੱਟੀ ਦੀ ਹੈ, ਤੇ ਸਤਿਗੁਰੂ ਜੀ ਟੋਕਰੀ ਦੇ ਵਿੱਚ ਕਿੰਨੇ ਮਿੱਟੀ ਦੇ ਕਣ ਨੇ, ਕੱਲੇ ਕੱਲੇ ਕਣ ਦੀ ਵੀ ਗਿਣਤੀ ਕਰਦੇ ਨੇ ਵੀ ਇਹਦਾ ਫਲ ਇਹਨੂੰ ਦੇਣਾ ਹੈ। ਕੱਲੇ ਕੱਲੇ ਕਣ ਦੀ ਵੀ ਗਿਣਤੀ ਕਰਦੇ ਨੇ ਵੀ ਇੰਨੇ ਕਣ ਮਿੱਟੀ ਦੇ ਭਰ ਕੇ ਸਿਰ ਤੇ ਰੱਖੇ ਨੇ। ਉਹਨਾਂ ਕਣਾਂ ਦਾ ਵੀ ਫਲ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਣਾ ਚਾਹੁੰਦੇ। ਏਡੇ ਵੱਡੇ ਦਿਆਲੂ ਨੇ, ਕਿਰਪਾਲੂ ਨੇ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਅਥੱਕ ਘਾਲਣਾ ਸੇਵਾ ਵੇਖ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜਗਤ ਦੇ ਸਵਾਮੀ ਜੋ ਅੰਤਰਯਾਮੀ ਨੇ, ਸਾਰਿਆਂ ਦੇ ਅੰਦਰ ਦੀ ਜਾਣਦੇ ਨੇ, ਉਹ ਬੜੇ ਖੁਸ਼ ਹੁੰਦੇ ਹਨ। ਉਰ ਪਰ ਪੱਕ ਪ੍ਰੇਮ ਕਰ ਰੂਰਾ, ਸ਼ਰਧਾ ਸੁਮਤ ਸੰਗ ਪਰਿਪੂਰਾ। ਹਿਰਦੇ ਵਿੱਚ ਪਰਪੱਕ ਪ੍ਰੇਮ ਹੈ ਗੁਰੂ ਦਾ, ਸ਼ਰਧਾ ਦੇ ਨਾਲ, ਸੁਮਤ ਦੇ ਨਾਲ ਹਿਰਦਾ ਭਰਿਆ ਹੋਇਆ ਹੈ। ਗੁਰੂ ਰਾਮਦਾਸ ਸਾਹਿਬ ਜੀ ਸੁਮਤ ਦੇ ਵੀ ਧਾਰਨੀ ਨੇ, ਔਰ ਸਾਰਾ ਹਿਰਦਾ ਭਾਵਨਾ ਨਾਲ, ਸ਼ਰਧਾ ਨਾਲ, ਸਤਕਾਰ ਤੇ ਅਦਬ ਨਾਲ ਹਿਰਦਾ ਜਿਹੜਾ ਹੈ ਉਹ ਭਰਿਆ ਹੋਇਆ ਹੈ। ਪਰਮ ਲਾਭ ਸੇਵਾ ਕੋ ਜਾਣੈ,
ਸ਼੍ਰੀ ਸਤਿਗੁਰ ਸਭ ਭੇਵ ਪਛਾਨੈ। ਔਰ ਇਹ ਸਮਝ ਕੇ ਸੇਵਾ ਕਰਦੇ ਨੇ ਵੀ ਇਹ ਗੁਰੂ ਘਰ ਦੀ ਸੇਵਾ ਦਾ ਬੜਾ ਭਾਰੀ ਲਾਭ ਮਿਲਦਾ ਹੈ। ਪਰਮ ਲਾਭ ਸੇਵਾ ਕੋ ਜਾਣੈ, ਵੀ ਗੁਰੂ ਘਰ ਦੀ ਸੇਵਾ ਦਾ ਬੜਾ ਵੱਡਾ ਲਾਭ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦਾ ਭੇਦ ਜਾਣਦੇ ਨੇ। ਜੇ ਅਸੀਂ ਸੇਵਾ ਕਰ ਰਹੇ ਹਾਂ ਤੇ ਉਹ ਸਾਡੇ ਤੇ ਰੀਝ ਰਹੇ ਨੇ, ਕੱਲੇ ਕੱਲੇ ਨੂੰ ਵੇਖ ਕੇ ਸਾਰਿਆਂ ਤੇ ਰੀਝ ਰਹੇ ਨੇ। ਗੁਰੂ ਸਾਹਿਬ ਜੀ ਦੇ ਇਸ ਮਹਾਨ ਭੇਦ ਨੂੰ, ਰਹੱਸ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਜਾਣਦੇ ਹਨ। ਕਿਤਕ ਕਾਲ ਬੀਤਾ ਲਗ ਸੇਵਾ, ਲੇਸ਼ ਮਾਤਰ ਜਿਸਨੇ ਅੰਗ ਮੇਵਾ। ਇਸੇ ਤਰ੍ਹਾਂ ਸੇਵਾ ਕਰਦਿਆਂ ਕੁਝ ਸਮਾਂ ਬੀਤ ਗਿਆ। ਗੁਰੂ ਰਾਮਦਾਸ ਸਾਹਿਬ ਜੀ ਦੇ ਹਿਰਦੇ ਵਿੱਚ ਹਉਮੈ ਤਾਂ ਕੀ, ਹਉਮੈ ਦਾ ਥੋੜਾ ਜਿਹਾ ਲੇਸ਼ ਵੀ ਨਹੀਂ ਆਇਆ। ਕਦੇ ਹੰਕਾਰ ਦਾ ਲੇਸ਼ ਮਾਤਰ ਵੀ ਹਿਰਦੇ ਵਿੱਚ ਨਹੀਂ ਉਪਜਿਆ। ਹਉਮੈ ਤੋਂ ਰਹਿਤ ਹੋ ਕੇ, ਹਉਮੈ ਨੂੰ ਨਿਵਰਤ ਕਰਕੇ, ਹੰਕਾਰ ਦਾ ਤਿਆਗ ਕਰਕੇ ਸੇਵਾ ਕਰਦੇ ਨੇ। ਲਾਪੁਰ ਸੰਗ ਜਾਤ ਗਨ ਗੰਗਾ, ਆਏ ਕਿਉ ਡੇਰਾ ਥਲ ਚੰਗਾ। ਅਸੀਂ ਹੁਣ ਪਰਖ ਦੀ ਘੜੀ ਆ ਗਈ ਗੁਰੂ ਰਾਮਦਾਸ ਸਾਹਿਬ ਜੀ ਤੇ ਕਹਿੰਦੇ ਉਧਰੋਂ ਲਾਹੌਰ ਤੋਂ ਜਿਹੜੇ ਸਤਿਗੁਰਾਂ ਦੇ ਸੰਗੀ ਸੀ ਗੁਰੂ ਰਾਮਦਾਸ ਸਾਹਿਬ ਦੇ ਰਿਸ਼ਤੇਦਾਰ ਸੰਬੰਧੀ, ਕੋਈ ਚਾਚਾ ਕੋਈ ਤਾਇਆ, ਉਹ ਜਿੰਨੇ ਰਿਸ਼ਤੇਦਾਰ ਸੰਬੰਧੀ ਸਨ ਲਾਹੌਰ ਤੋਂ, ਉਹ ਚੱਲ ਪਏ। ਉਹ ਜਾ ਰਹੇ ਸੀ ਗੰਗਾ ਨੂੰ ਕਿ ਅਸੀਂ ਗੰਗਾ ਦੀ ਯਾਤਰਾ ਕਰਕੇ ਆਉਣੀ, ਗੰਗਾ ਦੇ ਤੀਰਥ ਤੇ ਇਸ਼ਨਾਨ ਕਰਕੇ ਆਉਣਾ ਹੈ। ਤੇ ਉਹਨਾਂ ਨੇ ਆਖਿਆ ਵੀ ਚਲੋ ਰਸਤੇ ਵਿੱਚ ਗੋਇੰਦਵਾਲ ਸਾਹਿਬ ਰਾਤ ਗੁਜ਼ਾਰੀਏ, ਵੀ ਇੱਥੇ ਸਾਡਾ ਰਿਸ਼ਤੇਦਾਰ ਵੀ ਰਹਿੰਦਾ ਸ਼੍ਰੀ ਰਾਮਦਾਸ ਜੀ। ਉਹ ਆ ਕੇ ਵੇਖ ਰਹੇ ਨੇ, ਪਰ ਸ੍ਰੀ ਗੁਰੂ ਰਾਮਦਾਸ ਸਾਹਿਬ ਕਿਵੇਂ ਮਨ ਦੇ ਵਿੱਚ ਨਿਮਾਣੇ ਬਣ ਕੇ ਗੁਰੂ ਘਰ ਦੀ ਸੇਵਾ ਕਰ ਰਹੇ, ਪ੍ਰੇਮ ਦੀ ਮੂਰਤ ਬਣੇ, ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ 'ਚ ਸਰਵਣ ਕਰੋਗੇ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ